ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਭ ਦਾ। ਅੱਜ ਡੇ 2 GEG APAC ਸਟੇਇੰਗ ਕਨੈਕਟਡ 5.0 ਦੇ ਲਾਈਵ ਇਵੈਂਟ ਦੇ ਲਾਸਟ ਸੈਸ਼ਨ ਵਿੱਚ ਲਾਸਟ ਬਟ ਨਾਟ ਦ ਲੀਸਟ ਐਂਡ ਲਾਸਟ ਬਟ ਨਾਟ ਦ ਸਮਥਿੰਗ which we are going to look forward to। ਸਾਡੇ ਨਾਲ ਅੱਜ ਜੁੜੇ ਹਨ ਮੀਨਾਕਸ਼ੀ ਮੈਮ। ਮੀਨਾਕਸ਼ੀ ਮੈਮ ਸਾਡੇ ਨਾਲ ਗੱਲ ਕਰਨਗੇ ਸਟ੍ਰੈਟਜੀਜ਼ ਆਫ ਟੀਚਿੰਗ ਐਂਡ ਲਰਨਿੰਗ ਬਾਰੇ। ਡਾਕਟਰ ਮੀਨਾਕਸ਼ੀ ਨਰੂਲਾ ਪ੍ਰਿੰਸੀਪਲ ਹੈਗੇ ਹੈ ਸ਼ੈਵਨਫੋਰਡ ਫਿਊਚਰਿਸਟਿਕ K-12 ਸਕੂਲ ਔਰਈਆ ਦੇ। ਬਹੁਤ ਹੀ ਇੰਸਪਾਇਰਿੰਗ ਲੀਡਰ ਹੈਗੇ ਹੈ। MIE ਮਾਸਟਰ ਟ੍ਰੇਨਰ, ਅਡੋਬ ਕ੍ਰੀਏਟਿਵ ਐਜੂਕੇਟਰ ਲੈਵਲ 2। ਹੋਰ ਟੈਕਨੋਲੋਜੀ ਇੰਟੀਗ੍ਰੇਸ਼ਨ ਦੇ ਖੇਤਰ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ ਹੈ। ਬਹੁਤ ਜ਼ਿਆਦਾ ਇਹਨਾਂ ਦੇ ਜਿਹੜੇ ਵਿਚ ਆਈ ਆਲਸੋ ਕੀਪ ਔਨ ਰੈਫਰਿੰਗ ਟੂ ਮੈਂਟਰਿੰਗ ਦਾ ਮੈਂਟਰਸ। ਜਿਹੜਾ ਇਹਨਾਂ ਦਾ ਚੈਨਲ ਹੈ, ਜਿਹੜਾ ਇੰਸਟੀਚਿਊਟ ਹੈ, ਜਿਹੜਾ ਰਜਿਸਟਰਡ ਇਹਨਾਂ ਦਾ ਆਪਣਾ ਇੱਕ ਇਟਸ ਅ ਟ੍ਰੇਡਮਾਰਕ ਫॉर ਹਰ। ਉਹਦੇ ਉੱਤੇ ਬਹੁਤ ਸਾਰੇ ਉਹਨਾਂ ਨੇ ਬਹੁਤ ਹੀ ਲਾਈਕੇਬਲ, ਬਹੁਤ ਸਾਰੇ ਫਿਲਡ ਵਿਦ ਐਜੂਕੇਸ਼ਨ ਜਿਹੜੇ ਅਪਲੋਡਡ ਉਹਨਾਂ ਦੇ all the sessions and everything। ਤੇ ਬਹੁਤ ਸਾਰਾ ਕਮਿਊਨਿਟੀ ਆਊਟਰੀਚ ਦਾ ਪ੍ਰੋਗਰਾਮ ਵੀ ਕੰਡਕਟ ਕਰਦੇ ਹੈ ਮੈਮ। ਰੀਚਿੰਗ ਦਾ ਅਨਰੀਚੇਬਲ ਇਜ਼ something that I also believe in very firmly। ਤੇ ਮੈਮ ਸਮਰ ਪ੍ਰੋਗਰਾਮਸ ਹੀ ਕੰਡਕਟ ਕਰਦੇ ਗਵਰਨਮੈਂਟ ਸਕੂਲਸ ਤੇ ਟੀਚਰਸ ਲਈ। ਤੇ ਸਾਡੇ ਨਾਲ ਮੈਮ ਅੱਜ ਜੁੜੇ ਹੈ। ਆਈ ਐਮ ਸ਼ੋਰ ਮੈਮ ਦੀ ਐਕਸਪਰਟੀਜ਼ ਸਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਏਗੀ ਤੇ ਸਾਨੂੰ ਟੀਚਿੰਗ ਲਰਨਿੰਗ ਵਿੱਚ ਬਹੁਤ ਹੈਲਪ ਕਰੇਗੀ। ਹਾਂਜੀ ਮੈਮ, ਓਵਰ ਟੂ ਯੂ ਨਾਓ। ਥੈਂਕ ਯੂ ਡਾਕਟਰ ਨਰਜੀਤ। ਸਾਰੇ ਦੇ ਸਾਰੇ ਅਧਿਆਪਕ ਜੋ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਇਹ ਜੋ ਸੈਸ਼ਨ ਹੈ, ਜਿਸ ਤਰ੍ਹਾਂ ਕਿ ਕਾਫੀ ਦਿਨਾਂ ਤੋਂ ਤੁਸੀਂ ਪੂਰੀ ਐਡਵਰਟਾਈਜ਼ਮੈਂਟ ਦੇਖ ਰਹੇ ਹੋ, ਨਵੀਨਤਾਕਾਰੀ ਤੇ ਵਿਲੱਖਣ ਅਧਿਆਪਨ ਰਣਨੀਤੀਆਂ, ਇਨੋਵੇਟਿਵ ਟੀਚਿੰਗ ਸਟ੍ਰੈਟਜੀਜ਼ ਦੇ ਉੱਪਰ ਹੈ। ਅਸੀਂ ਸਾਰੇ ਆਪਣੇ ਆਪਣੇ ਖੇਤਰ ਦੇ ਵਿੱਚ ਜਿਹੜਾ ਵੀ ਅਸੀਂ ਸਬਜੈਕਟ, ਜਿਹੜਾ ਵੀ ਅਸੀਂ ਵਿਸ਼ਾ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਉਹਦੇ ਵਿੱਚ ਅਸੀਂ ਕੁਛ ਨਾ ਕੁਛ ਨਵੀਨਤਾ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਕਿਸੇ ਨਾ ਕਿਸੇ ਅਲੱਗ-ਅਲੱਗ ਤਰੀਕੇ ਨਾਲ ਬੱਚਿਆਂ ਦਾ ਇੰਟਰਸਟ ਉਹਨਾਂ ਦਾ ਇਨਕਲਕੇਟ ਕਰਨ ਦੀ ਕੋਸ਼ਿਸ਼ ਕਰਦੇ ਕਿ ਜ਼ਿਆਦਾ ਤੋਂ ਜ਼ਿਆਦਾ ਉਹ ਧਿਆਨ ਦੇਣ ਔਰ ਖੁਸ਼ ਹੋ ਕੇ ਪੜ੍ਹਾਈ ਕਰਨ, ਜਿਹਨੂੰ ਵੀ ਕਹਿੰਦੇ ਕਿ ਜੋਇਫੁਲ ਲਰਨਿੰਗ, ਮੇਕਿੰਗ ਲਰਨਿੰਗ ਜੋਇਫੁਲ। ਉਹਦੀਆਂ ਕੁਝ ਅਲੱਗ-ਅਲੱਗ ਰਣਨੀਤੀਆਂ ਜਿਹੜੀਆਂ ਕਿ ਮੈਂ ਕੁਝ ਇਕੱਠੀਆਂ ਕੀਤੀਆਂ, ਕੰਪਾਈਲ ਕੀਤੀਆਂ, ਉਹ ਤੁਹਾਡੇ ਸਭ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਕੁਛ ਇੱਕ ਤੁਹਾਨੂੰ ਪਹਿਲਾਂ ਹੀ ਪਤਾ ਹੈ ਔਰ ਹੋ ਸਕਦਾ ਤੁਹਾਨੂੰ ਮੇਰੇ ਨਾਲੋਂ ਕੁਝ ਜ਼ਿਆਦਾ ਵੀ ਪਤਾ ਹੋਣ, ਤਾਂ let us be an interactive session ਕਿ ਕੁਝ ਅਗਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤਾਂ ਤੁਸੀਂ ਵੀ ਚੈਟ ਬਾਕਸ ਵਿੱਚ ਕੁਝ ਨਾ ਕੁਝ ਆਪਣੇ ਵੱਲੋਂ ਕੋਈ ਉਹਦੀ ਫੀਡਬੈਕ ਜਾਂ ਕੋਈ ਹੋਰ ਸਟ੍ਰੈਟਜੀ ਤੁਹਾਨੂੰ ਉਹਦੇ ਨਾਲ ਰਿਲੇਟਡ ਕੁਝ ਪਤਾ ਹੈ ਤਾਂ ਜ਼ਰੂਰ ਸ਼ੇਅਰ ਕਰਦੇ ਰਹੋ। ਸੋ ਮੈਮ, ਤੁਸੀਂ ਮੇਰੀ ਸਕਰੀਨ ਸ਼ੇਅਰ ਕਰ ਸਕਦੇ ਹੋ। ਡਾਕਟਰ ਨਰਜੀਤ ਮੈਮ। ਹਾਂਜੀ ਮੈਮ, ਤੁਹਾਡੀ ਸਕਰੀਨ ਸ਼ੇਅਰਡ ਹੈ। ਗੁੱਡ ਟੂ ਗੋ। ਯਾ, ਥੈਂਕ ਯੂ। ਸੋ ਅਸੀਂ ਅੱਜ ਪੜਾਂਗੇ, ਸੁਣਾਂਗੇ, ਪੜਾਂਗੇ। ਪਰ ਜਦੋਂ ਅਸੀਂ ਕਲਾਸ ਵਿੱਚ ਪੜਾਉਂਦੇ ਸਭ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਇਹੀ ਕਹਿੰਦੇ ਨੇ ਅੱਜ ਅਸੀਂ ਪੜਾਂਗੇ ਇਸ ਬਾਰੇ। ਤੇ ਅੱਜ ਅਸੀਂ ਜਾਣਾਂਗੇ ਨਵੀਨ ਅਤੇ ਵਿਲੱਖਣ ਅਧਿਆਪਨ ਦੀਆਂ ਰਣਨੀਤੀਆਂ, ਟੀਚਿੰਗ ਸਟ੍ਰੈਟਜੀਜ਼, ਇਨੋਵੇਟਿਵ ਟੀਚਿੰਗ ਸਟ੍ਰੈਟਜੀਜ਼ ਦੇ ਬਾਰੇ ਵਿੱਚ। ਸਭ ਤੋਂ ਪਹਿਲਾਂ ਤੁਹਾਨੂੰ ਹੁਣ ਸਕਰੀਨ ਦੇ ਉੱਤੇ ਜੋ ਨਜ਼ਰ ਆ ਰਿਹਾ ਹੈ, ਇਹ ਹੈ ਨਿਮੋਨਿਕਸ। ਨਿਮੋਨਿਕਸ ਯਾਨੀ ਕਿ ਯਾਦ ਵਿਗਿਆਨ, ਜਿਹਨੂੰ ਆਪਾਂ ਅਗਰ ਪੰਜਾਬੀ ਚ ਕਹੀਏ ਯਾਦ ਵਿਗਿਆਨ, ਨਿਮੋਨਿਕਸ। ਅਸੀਂ ਸ਼ੁਰੂ ਤੋਂ ਅਗਰ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਅਸੀਂ ਉਹਦੀ ਕੋਈ ਨਾ ਕੋਈ ਸਟ੍ਰੈਟਜੀ, ਕੋਈ ਨਾ ਕੋਈ ਰਣਨੀਤੀ ਬਣਾਉਂਦੇ ਹਾਂ ਕਿ ਉਹ ਚੀਜ਼ ਨੂੰ ਅਸੀਂ ਕਿਵੇਂ ਯਾਦ ਰੱਖ ਸਕਦੇ ਹਾਂ। ਕੁਝ ਚੀਜ਼ਾਂ ਸਾਨੂੰ ਦੇਖ ਕੇ ਪਿਕਚਰ ਦੇ ਮਾਧਿਅਮ ਦੇ ਨਾਲ ਬਹੁਤ ਅੱਛੇ ਤਰੀਕੇ ਨਾਲ ਯਾਦ ਹੁੰਦੀਆਂ। ਕਈ ਬਹੁਤ ਸਾਰੇ ਕੁਝ ਚੀਜ਼ਾਂ ਸਾਨੂੰ ਯਾਦ ਰੱਖਣ ਵਾਸਤੇ ਅਸੀਂ ਕੁਝ ਉਹਦੇ ਕੋਡ ਵਰਡ ਬਣਾਉਂਦੇ ਕਿ ਸਾਨੂੰ ਇਹਦੇ ਨਾਲ ਉਹ ਚੀਜ਼ ਬਹੁਤ ਹੀ ਅੱਛੇ ਤਰੀਕੇ ਨਾਲ ਯਾਦ ਰਹੇਗੀ। ਜਿਵੇਂ ਕਿ ਇਸ ਤੋਂ ਪਹਿਲਾਂ ਕਿ ਮੈਂ ਸ਼ੇਅਰ ਕਰਾਂ, ਅਗਰ ਤੁਹਾਨੂੰ ਕੋਈ ਹੋਰ ਕੁਝ ਨਿਮੋਨਿਕਸ, ਕੋਈ ਵੀ ਜੋ ਸਾਡੇ ਨਾਲ ਜੁੜੇ ਹੋਏ ਨੇ, ਅਗਰ ਤੁਸੀਂ ਚੈਟ ਬਾਕਸ ਵਿੱਚ ਕੋਈ ਵੀ ਤੁਹਾਨੂੰ ਨਿਮੋਨਿਕਸ ਯਾਦ ਆ ਰਿਹਾ ਤਾਂ ਜ਼ਰੂਰ ਸ਼ੇਅਰ ਕਰੋ। ਟੂ ਕੀਪ ਔਨ ਟਾਈਪਿੰਗ ਇਨ ਦ ਚੈਟ ਬਾਕਸ। ਬਾਕੀ ਮੈਂ ਵੀ ਨਾਲ ਨਾਲ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕੁਝ। ਇਸ ਰੰਗ ਬਿਰੰਗੀ ਸਕਰੀਨ ਨੂੰ ਦੇਖਦੇ ਹੋਏ ਜੋ ਤੁਹਾਡੇ ਸਾਹਮਣੇ ਹੁਣ ਸਕਰੀਨ ਤੇ ਨਜ਼ਰ ਆ ਰਹੀ ਹੈ, ਕਿ ਤੁਹਾਨੂੰ ਕੋਈ ਨਿਮੋਨਿਕ ਯਾਦ ਆ ਰਿਹਾ? ਅਸੀਂ ਇਹਨੂੰ ਕਿਸ ਤਰੀਕੇ ਨਾਲ ਯਾਦ ਕਿਆ ਕਰਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ? ਵਿਬਗਿਓਰ। ਯੈਸ, ਵੰਡਰਫੁਲ। ਵਿਬਗਿਓਰ, ਯੈਸ। ਬੱਚਿਆਂ ਨੂੰ ਅਸੀਂ ਯਾਦ ਕਰਨ ਵਾਸਤੇ ਦੱਸਦੇ ਹਾਂ, ਬੱਚੇ ਰੰਗ ਤਾਂ ਯਾਦ ਕਰ ਲੈਂਦੇ ਹੈ, ਪਰ ਉਹਨੂੰ ਇੱਕ ਸੀਕੁਐਂਸ ਵਿੱਚ
किस तरीके ਨਾਲ याद करना है कि किस तरीके ਨਾਲ ਉਹ ਕਲਰ ਸੀਕੁਐਂਸਿੰਗ ਹੈ ਰੇਨਬੋ ਦੇ ਕਲਰਸ ਦੀ, ਉਹਨੂੰ ਅਸੀਂ ਯਾਦ ਕਰਨ ਵਾਸਤੇ ਉਹਨਾਂ ਨੂੰ ਵਿਬਗਯੋਰ ਦਾ ਇੱਕ ਫਾਰਮੂਲਾ ਦਿੱਤਾ। ਮੈਂ ਤੁਹਾਡੇ ਨਾਲ ਅੱਜ, ਕਿਉਂਕਿ ਪੰਜਾਬੀ ਮਾਧਿਅਮ ਦੇ ਨਾਲ ਅਸੀਂ ਆਪਾਂ ਸ਼ੇਅਰ ਕਰ ਰਹੇ ਹਾਂ ਸਟ੍ਰੈਟਜੀਜ਼ ਇੱਕ ਦੂਸਰੇ ਨਾਲ, ਮੈਂ ਤੁਹਾਨੂੰ ਇਹ ਦੱਸੂਗੀ ਕਿ ਸਾਨੂੰ ਸਾਡੇ ਅਧਿਆਪਕਾਂ ਨੇ ਪੰਜਾਬੀ ਵਿੱਚ ਕਿਵੇਂ ਦੱਸਿਆ ਸੀ ਇਹਨੂੰ ਯਾਦ ਕਿਵੇਂ ਰੱਖਣਾ ਹੈ। ਬੈਨੀ ਆਹ ਪੀਨਾ ਲਾ, ਜਿਵੇਂ ਕਿ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਪਾ ਰਹੇ ਹੋ, ਬੈਨੀ ਆਹ पीना ला, बैंगनी, नीला, आसमानी, हरा, पीला, नारंगी, लाल। यूजुअली इंग्लिश ਵਿੱਚ याद करते हैं ना, विबग्योर, वॉयलेट, इंडिगो, ब्लू, ग्रीन, येलो, ऑरेंज एंड रेड। तो कुछ ਮੇਰੇ ਇੱਥੇ ਪੰਜਾਬੀ ਦਾ ਇਹ ਨਿਮੋਨਿਕ ਜਿਹੜਾ ਯਾਦ ਵਿਗਿਆਨ ਸ਼ੇਅਰ ਕਰਨ ਦਾ ਇਹ ਮਕਸਦ ਹੈ ਕਿ ਅਸੀਂ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਵੀ, ਆਪਣੀ ਭਾਸ਼ਾ ਦੇ ਵਿੱਚ, ਆਪਣੀ ਮਾਂ ਬੋਲੀ ਵਿੱਚ ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦੇ ਨਿਮੋਨਿਕਸ ਬਣਾ ਸਕਦੇ ਹਾਂ। ਔਰ ਇਹ ਜ਼ਰੂਰੀ ਨਹੀਂ ਹੈ ਕਿ ਜੋ ਕੋਈ ਫਿਕਸਡ ਨਿਮੋਨਿਕਸ ਹੈ, ਆਲਰੇਡੀ ਸਾਨੂੰ ਬਣੇ ਬਣਾਏ ਨਿਮੋਨਿਕਸ ਅਗਰ ਇੰਟਰਨੈਟ ਤੇ ਮਿਲਦੇ ਹੈ, ਅਸੀਂ ਉਹਨਾਂ ਨੂੰ ਸਰਚ ਕਰਕੇ ਯਾਦ ਕਰਦੇ ਹਾਂ ਉਸ ਤਰੀਕੇ ਨਾਲ। ਬਟ ਕਿ ਅਗਰ ਅਸੀਂ ਆਪਣੀ ਕਲਾਸ ਵਿੱਚ ਇਹ ਤਰੀਕਾ ਅਪਣਾਈਏ ਕਿ ਸਾਰੇ ਦੇ ਸਾਰੇ ਬੱਚਿਆਂ ਨੂੰ ਕਹੀਏ ਕਿ ਤੁਸੀਂ ਆਪਣੇ ਆਪਣੇ ਨਿਮੋਨਿਕਸ ਬਣਾ ਕੇ ਲੈ ਕੇ ਆਓ, ਸੋ आई मीन वो ज्यादा इंटरेस्टिंग होएगा एक तरीका कि सारे बच्चे अपनी अपनी सोच ਦੇ ਨਾਲ ਅਲੱਗ-ਅਲੱਗ ਨਵੇਂ-ਨਵੇਂ ਨਿਮੋਨਿਕਸ ਜਿਹੜੇ ਹੈ ਉਹ ਯਾਦ ਵਿਗਿਆਨ ਦੇ ਤਰੀਕੇ ਹੈ ਉਹ ਡਿਵੈਲਪ ਕਰ ਪਾ ਰਹੇ। ਇਹਦੇ ਨਾਲ ਕੀ ਹੈ ਕਿ ਉਹਨਾਂ ਦੀ ਆਪਣੀਆਂ ਸਟ੍ਰੈਟਜੀਜ਼ ਉਹ ਡਿਵੈਲਪ ਕਰਨ ਦੀ। ਜਦੋਂ ਅਸੀਂ ਗੱਲ ਕਰਦੇ ਹਾਂ 21st ਸੈਂਚੁਰੀ ਲਰਨਰ, 21ਵੀਂ ਸਦੀ ਦੇ ਜਿਹੜੇ ਬੱਚੇ ਨੇ, ਉਹਨਾਂ ਨੂੰ ਜਦੋਂ ਪੜ੍ਹਾਉਣ ਦੀ ਗੱਲ ਕਰਦੇ ਹਾਂ, ਅਸੀਂ ਉਹਨਾਂ ਨੂੰ ਸਭ ਕੁਝ ਰਟਾ ਰਟਾਇਆ ਸਪੂਨ ਫੀਡਿੰਗ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਤਰੀਕਾ ਦੱਸ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਪੜ੍ਹਨਾ ਹੈ, ਇਸ ਤਰੀਕੇ ਦੇ ਨਾਲ ਪੜ੍ਹਨਾ ਹੈ, ਤਾਂ ਉਸ ਤਰੀਕੇ ਦੇ ਵਿੱਚ ਲੈਟ them come up with their own innovative ideas। ਉਹਨਾਂ ਦੇ ਕੋਲ ਬਹੁਤ ਸਾਰੇ ਇਨੋਵੇਟਿਵ ਆਈਡੀਆ ਭਰਪੂਰ ਭਰੇ ਹੋਏ ਨੇ। ਜਦੋਂ ਅਸੀਂ ਗੱਲ ਕਰਦੇ ਹਾਂ 4C, ਕ੍ਰਿਟੀਕਲ ਥਿੰਕਿੰਗ, ਕਮਿਊਨੀਕੇਸ਼ਨ, ਕ੍ਰੀਏਟਿਵਿਟੀ, ਕੋਲੈਬੋਰੇਸ਼ਨ। ਕੋਲੈਬੋਰੇਸ਼ਨ ਸਾਰੇ ਜਾਣੇ ਮਿਲ ਕੇ ਕੰਮ ਕਰਨ ਐਜ਼ ਅ ਟੀਮ ਵਰਕ, ਰਾਈਟ? ਡ੍ਰੀਮ ਵਰਕ ਹੈਲਪਸ ਅਸ ਟੂ ਗੈਟ ਆਰ ਡ੍ਰੀਮ ਵਰਕ। ਅਗਰ ਅਸੀਂ ਕੁਝ ਅਚੀਵ ਕਰਨਾ ਹੈ, ਅਸੀਂ ਕੁਝ ਪਾਣਾ ਹੈ ਜ਼ਿੰਦਗੀ 'ਚ, ਹਾਸਲ ਕਰਨਾ ਹੈ, ਤਾਂ ਉਹਦੇ ਵਿੱਚ ਸਾਨੂੰ ਕੋਲੈਬੋਰੇਸ਼ਨ ਆਉਣਾ ਚਾਹੀਦਾ ਹੈ। ਜਿਹੜਾ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਅਸੀਂ ਸਾਰੇ ਆਪਣੇ ਆਪਣੇ ਲੈਪਟਾਪ ਤੇ ਸਕਰੀਨ ਦੇ ਉੱਪਰ ਬੈਠ ਕਰ ਅਲੱਗ-ਅਲੱਗ ਆਪਣਾ ਕੰਮ ਕਰਦੇ ਹਾਂ, ਉਹ ਜਿਹੜਾ ਕੋਲੈਬੋਰੇਸ਼ਨ ਹੈ, ਬਹੁਤ ਉਹਦੇ ਮੈਥਡ ਆਨਲਾਈਨ ਵੀ ਹੈਗੇ ਆ। ਗੂਗਲ ਦੇ ਜ਼ਰੀਏ, ਗੂਗਲ ਸਲਾਈਡਸ ਹੈ, ਗੂਗਲ ਸਾਈਟਸ ਹੈ, ਗੂਗਲ ਆਈ ਮੀਨ ਕਿੰਨਾ ਕੁਝ ਅਸੀਂ ਗੂਗਲ ਡੌਕਸ ਦੇ ਜ਼ਰੀਏ ਕਿੰਨਾ ਕੋਲੈਬੋਰੇਟ ਕਰ ਸਕਦੇ, ਜਿੰਨੇ ਵੀ ਇਹਦੇ ਵਿੱਚ ਆਪਣੇ ਕੋਲ ਟੂਲਸ ਹੈਗੇ। ਬਟ ਸਟਿਲ ਉਹਦੇ ਵਾਸਤੇ ਸਾਨੂੰ ਇੱਦਾਂ ਦੀਆਂ ਸਟ੍ਰੈਟਜੀਜ਼, ਤਰੀਕੇ ਅਪਣਾਉਣੇ ਪੈਣਗੇ ਕਿ ਅਸੀਂ ਬੱਚਿਆਂ ਨੂੰ ਕੁਝ ਇਸ ਤਰੀਕੇ ਦਾ ਨਵਾਂ ਦਈਏ ਕਿ ਉਹ ਕ੍ਰਿਟੀਕਲੀ ਸੋਚਣ ਕਿ ਹਾਂ ਇਹਦੇ ਵਿੱਚ ਮੇਰਾ ਕੀ ਇਹਦੇ ਵਿੱਚ ਰੋਲ ਹੈ, ਮੈਂ ਇਸ ਵਿੱਚ ਕਿਸ ਤਰੀਕੇ ਨਾਲ ਕੰਟਰੀਬਿਊਟ ਕਰ ਸਕਦਾ ਹਾਂ। ਉਹਨਾਂ ਦੀ ਕ੍ਰੀਏਟਿਵਿਟੀ ਸਾਹਮਣੇ ਆਉਣੀ ਚਾਹੀਦੀ ਹੈ। ਔਰ ਜਦੋਂ ਇਸ ਤਰੀਕੇ ਨਾਲ ਆਪਣੀਆਂ ਚੀਜ਼ਾਂ ਬਣਾਈਆਂ ਹੋਈਆਂ, ਆਪਣਾ ਇਨੋਵੇਟਿਵ ਤਰੀਕੇ ਦੂਸਰਿਆਂ ਨਾਲ ਸ਼ੇਅਰ ਕਰਦੇ, ਉਹਨਾਂ ਦੀ ਕਮਿਊਨੀਕੇਸ਼ਨ ਸਕਿੱਲਸ ਵੀ ਡਿਵੈਲਪ ਹੁੰਦੀਆਂ। यानी कि चारों ही, क्रिएटिविटी, कम्युनिकेशन, क्रिएटिविटी एंड कोलैबोरेशन, राइट? ਇਹ ਸਾਰੀਆਂ ਉਹਨਾਂ ਦੀ ਜਿਹੜੇ ਚਾਰੋਂ ਦੀਆਂ 4C ਜਿਹੜੀਆਂ ਉਹਨਾਂ ਦੀਆਂ ਡਿਵੈਲਪ ਹੁੰਦੀਆਂ 21ਵੀਂ ਸ਼ਤਾਬਦੀ ਦੇ ਬੱਚਿਆਂ ਦੇ ਵਾਸਤੇ। ਤੇ 21ਵੀਂ ਸਦੀ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਸਾਨੂੰ 21ਵੀਂ ਸਦੀ ਦੇ ਤਰੀਕੇ ਅਪਣਾਉਣੇ ਪੈਣਗੇ, ਸਰਚ ਕਰਨੇ ਪੈਣਗੇ। ਔਰ ਮੈਂ ਕੱਲ ਤੋਂ ਦੇਖ ਰਹੀ ਹਾਂ, ਮੈਮ ਨੇ ਜਦੋਂ ਦਾ ਇਹ ਸ਼ੁਰੂ ਕੀਤਾ ਹੈ, ਡਾਕਟਰ ਨਰਜੀਤ ਕੌਰ ਜੀ ਨੇ ਆਪਣਾ ਇਹ ਜੀ ਹੈ ਏਪੈਕ, ਇਹਦੇ ਵਿੱਚ ਕਿੰਨੇ ਸ਼ਾਨਦਾਰ ਤਰੀਕੇ ਦੇ ਨਾਲ, ਇੰਨੇ ਬਿਹਤਰੀਨ ਤਰੀਕੇ ਦੇ ਨਾਲ ਸਮਝਾਇਆ ਜਾ ਰਿਹਾ ਹੈ ਕਿਸ ਤਰੀਕੇ ਨਾਲ ਪੰਜਾਬੀ 'ਚ ਤੁਸੀਂ ਵਰਕਸ਼ੀਟ ਬਣਾਉਣੀਆਂ ਹੈ, ਗੂਗਲ ਲੈਂਸ ਦੇ ਜ਼ਰੀਏ ਕਿਸ ਤਰੀਕੇ ਨਾਲ ਸਟੋਰੀ ਦੇ ਥਰੂ ਬੱਚਿਆਂ ਨੂੰ ਪੜ੍ਹਾਉਣਾ ਹੈ। ਇੰਨੀਆਂ ਵਧੀਆ ਵਧੀਆ ਸਟ੍ਰੈਟਜੀਜ਼ ਮੈਂ ਦੇਖ ਰਹੀ ਹਾਂ, ਸੱਚੀ ਮਤਲਬ ਦਿਲ ਕਰਦਾ ਹੈ ਕਿ ਦੁਬਾਰਾ ਤੋਂ ਸਕੂਲ 'ਚ ਐਡਮਿਸ਼ਨ ਲੈ ਲਈਏ, ਕਿ ਫਿਰ ਤੇ ਅਸੀਂ ਉਸ ਤਰੀਕੇ ਨਾਲ ਪੜ੍ਹਨਾ ਸ਼ੁਰੂ ਕਰ ਦਈਏ। ਤੇ ਹੁਣ ਦੇਖੋ, ਇਹ ਦੇਖਦੇ ਹਾਂ ਕਿੰਨਿਆਂ ਨੂੰ ਯਾਦ ਹੈ। ਤੁਹਾਡੇ ਨਾਲ ਸਾਹਮਣੇ ਸਕਰੀਨ ਤੇ ਹੈ। ਚਲੋ ਮੈਂ ਦੇਖਦੀ ਹਾਂ ਚੈਟ ਬਾਕਸ ਕਿਹਨੂੰ ਯਾਦ ਹੈ ਇਹ। मैम चैट बॉक्स वाले कह रहे हैं पढ़ के सुनाओ पहले। पंडित बद्री प्रसाद बोले हरी हरी बोल सोना चांदी तोल। पंडित बद्री प्रसाद हरी हरी बोल सोना चांदी ਤੋਲ। ਇਹ ਸਭ ਨੂੰ ਪਤਾ ਹੈ, ਜਿੰਨੇ ਸਾਡੇ ਨਾਲ ਜੁੜੇ ਹੋਏ ਹੈ। ਅਸੀਂ ਬੱਚਿਆਂ ਨੂੰ ਮੈਥਮੈਟਿਕਸ ਜਦੋਂ ਪੜ੍ਹਾਉਂਦੇ ਹਾਂ, ਟ੍ਰਿਗਨੋਮੈਟਰੀ ਦੇ ਵਿੱਚ ਬੱਚਿਆਂ ਨੂੰ ਇਹ ਸਿਖਾਉਂਦੇ ਹਾਂ। ਯੈਸ
या हाँ जी मैम, चैट बॉक्स ट्रिग्नोमेट्री। मैं पढ़ पा रही हूँ, विक्रम सेठ जी ने लिखा है, यस परपेंडिकुलर, हाँ पंडित जी। इज परपेंडिकुलर, यस यस। तो ਹੁਣ ਅਸੀਂ ਇਹ ਕਿ ਬੱਚਿਆਂ ਨੂੰ ਪੰਡਤ ਬਦਰੀ ਪ੍ਰਸਾਦ ਬੋਲ ਹਰੀ ਹਰੀ ਬੋਲ ਸਾइन कॉस tan, सोना चांदी तोल, सोना साइन ਚਾਂਦੀ साइन कॉस कॉस टैन। ਤੋਲ is tan। ਇਸ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਇੰਟਰਸਟਿੰਗ ਤਰੀਕੇ ਨਾਲ ਪੜਾਇਆ। ਪਰ ਕੀ ਬੱਚਿਆਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਚਲੋ ਤੁਸੀਂ ਇਹਨੂੰ ਆਪਣੇ ਤਰੀਕੇ ਦੇ ਨਾਲ ਕੁਝ ਹੋਰ ਬਣਾਓ। ਕਿਉਂ ਅਸੀਂ ਕਾਫੀ ਦੇਰ ਤੋਂ ਪੰਡਿਤ ਬਦਰੀ ਪ੍ਰਸਾਦ ਬੋਲ ਰਹੇ ਹਾਂ, ਇਹਨੂੰ ਕੁਝ ਹੋਰ ਬਣਾਓ। ਕੀ ਤੁਸੀਂ ਕੁਝ ਇਹਦੇ ਵਿੱਚ ਨਵੀਨਤਾ ਲੈ ਕੇ ਆ ਸਕਦੇ ਹੈ, ਕੋਈ ਇਨੋਵੇਸ਼ਨ ਲੈ ਕੇ ਆ ਸਕਦੇ ਹੈ। ਮੈਂ ਜਦੋਂ ਆਪਣੇ ਬੱਚਿਆਂ ਨੂੰ ਵੀ ਪੁੱਛਿਆ, ਜਦ ਕਿ ਮੈਂ ਗਣਿਤ ਦੀ ਅਧਿਆਪਿਕਾ ਨਹੀਂ ਹੈਗੀ, ਬਟ ਸਟਿਲ ਉਹ ਬੱਚਾ ਇਹਨੂੰ ਹਿਸਟਰੀ ਦਾ, ਜੀਓਗ੍ਰਾਫੀ ਦਾ, ਮੀਨ ਸੋਸ਼ਲ ਸਾਇੰਸ ਦਾ ਬਹੁਤ ਜ਼ਿਆਦਾ ਸ਼ੌਕ ਹੈ, ਤਾਂ ਉਹਨੇ ਸਾਰੇ ਜਿਹੜੇ ਹੈ ਕੰਟਰੀਜ਼ ਦੇ ਨਾਮ ਜਿਹੜੇ ਹੈ, ਸਾਰੇ ਦੇਸ਼ਾਂ ਦੇ ਨਾਮ ਹੈ, ਉਹਦੇ ਨਾਲ ਉਹਨੇ ਬਣਾਇਆ ਕਿ ਕੁਝ ਇਸ ਤਰੀਕੇ ਨਾਲ ਕਿ ਪਾਕਿਸਤਾਨ, ਬੰਗਲਾदेश, ਪਾਕਿਸਤਾਨ, ਹੰਗਰੀ, ਪਤਾ ਨਹੀਂ ਹੰਗਰੀ ਹੰਗਰੀ ਬੁਲਗੇਰੀਆ, ਕੁਝ ਇਸ ਤਰੀਕੇ ਨਾਲ ਕੁਝ ਬਣਾਇਆ, ਮਤਲਬ ਜੋ ਵੀ ਉਹਨੂੰ ਪਸੰਦ ਹੈ। ਤੇ ਬੱਚੇ ਜਿਹੜੇ ਆ ਆਪਣੇ ਆਪਣੇ ਅਲੱਗ-ਅਲੱਗ ਇਨੋਵੇਟਿਵ ਤਰੀਕੇ ਜਿਹੜੇ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨਗੇ। ਜਸ ਇੱਕ ਵਾਰੀ ਉਹਨਾਂ ਨੂੰ ਕਹੋ, ਐਂਡ ਦੇਖਣਾ, ਤੁਹਾਨੂੰ ਗੂਗਲ ਕਰਨ ਦੀ ਜ਼ਰੂਰਤ ਨਹੀਂ ਹੈ। ਬੱਚੇ ਆਪਣੇ ਆਪਣੇ ਨਵੇਂ-ਨਵੇਂ ਤਰੀਕਿਆਂ ਦੇ ਨਾਲ ਤੁਹਾਨੂੰ ਇਹ ਨਿਮੋਨਿਕਸ ਦੇਣਗੇ। ਤੇ ਹੁਣ ਆਪਾਂ ਜਾ ਰਹੇ ਹਾਂ ਅਗਲੀ ਜਿਹੜਾ ਇਨੋਵੇਟਿਵ ਸਟ੍ਰੈਟਜੀ ਹੈ ਅੱਜ ਦੀ, ਉਹ ਹੈ ਵੋਕੈਬਲਰੀ ਐਨਹੈਂਸਮੈਂਟ। ਯਾਨੀ ਅਸੀਂ ਆਪਣੀ ਕਿਸੇ ਵੀ ਭਾਸ਼ਾ ਦੀ ਸ਼ਬਦਾਵਲੀ ਨੂੰ ਕਿਸ ਤਰੀਕੇ ਨਾਲ ਅਸੀਂ ਵਧਾ ਸਕਦੇ ਹਾਂ। ਸ਼ਬਦਾਵਲੀ ਨੂੰ ਵਧਾਉਣਾ, ਚਾਹੇ ਉਹ ਕੋਈ ਵੀ ਭਾਸ਼ਾ ਹੋਵੇ। ਅਸੀਂ ਪੰਜਾਬੀ ਭਾਸ਼ਾ ਵਿੱਚ ਹੁਣ ਗੱਲਬਾਤ ਕਰ ਰਹੇ ਹਾਂ। ਇੰਗਲਿਸ਼ ਸਾਡੀ ਆਪਣੀ ਮਾਂ ਬੋਲੀ ਨਹੀਂ ਹੈ, ਅਸੀਂ ਉਹਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਉਹਨੂੰ ਫਲੂਐਂਟਲੀ ਨਹੀਂ ਬੋਲ ਪਾਉਂਦੇ, ਕਾਰਨ ਸ਼ਬਦਾਵਲੀ ਦੀ ਕਮੀ, ਵੋਕੈਬਲਰੀ ਨਹੀਂ ਹੁੰਦੀ ਸਾਡੇ ਕੋਲ ਇੰਨੀ। ਤੇ ਅਸੀਂ ਆਪਣੇ ਬੱਚਿਆਂ ਦੀ ਵੋਕੈਬਲਰੀ ਨੂੰ ਵਧਾਉਣ ਵਾਸਤੇ, ਚਾਹੇ ਉਹ ਕੋਈ ਵੀ ਭਾਸ਼ਾ ਹੋਵੇ, ਹਿੰਦੀ ਹੈ, ਇੰਗਲਿਸ਼ ਹੈ, ਪੰਜਾਬੀ ਹੈ, ਜਾਂ ਤੁਸੀਂ ਕੋਈ ਵੀ ਭਾਸ਼ਾ ਬੱਚਿਆਂ ਨੂੰ ਸਿਖਾ ਰਹੇ ਹੋ, ਤਾਂ ਉਹਨੂੰ ਵਧਾਉਣ ਵਾਸਤੇ, ਵੋਕੈਬਲਰੀ ਨੂੰ ਵਧਾਉਣ ਵਾਸਤੇ, ਸ਼ਬਦਾਂ ਨੂੰ ਅੱਛੇ ਤਰੀਕੇ ਨਾਲ ਯਾਦ ਕਰਨ ਵਾਸਤੇ ਕਈ ਉਹਦੇ ਅਲੱਗ-ਅਲੱਗ ਤਰੀਕੇ ਹੋ ਸਕਦੇ ਆ। ਇੱਕ ਦੋ ਤਰੀਕੇ ਤੁਹਾਡੇ ਨਾਲ ਮੈਂ ਹੋਰ ਸ਼ੇਅਰ ਕਰਨ ਜਾ ਰਹੀ ਹਾਂ। ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ, ਇੱਥੇ ਲਿਖਿਆ ਹੈ ਟਿਪ ਚਾਰਟ। ਟਿਪ ਦਾ ਮਤਲਬ ਕੀ ਹੈ? ਟਰਮ, ਇਨਫੋਰਮੇਸ਼ਨ, ਪਿਕਚਰ। ਯਾਨੀ ਕਿ ਬੱਚਿਆਂ ਨੂੰ ਤੁਸੀਂ ਕੋਈ ਨਵਾਂ ਸ਼ਬਦ ਜਦੋਂ ਕਲਾਸ ਵਿੱਚ ਇੰਟਰੋਡਿਊਸ ਕਰਦੇ ਹੋ, ਬੱਚਿਆਂ ਨੂੰ ਕਹੋਗੇ ਕਿ ਇਹ ਸ਼ਬਦ ਲਿਖਣਾ ਹੈ, ਇਹ ਸ਼ਬਦ ਦੀ ਜਾਣਕਾਰੀ, ਇਨਫੋਰਮੇਸ਼ਨ ਜੋ ਵੀ ਤੁਹਾਨੂੰ ਹੈ ਉਹ ਲਿਖਣ, ਚਾਹੇ ਉਹਦਾ ਮਤਲਬ ਹੋਵੇ ਡਿਟੇਲ ਵਿੱਚ, ਤੇ ਨਾਲ ਉਹਦੀ ਤਸਵੀਰ, ਚਾਹੇ ਉਹ ਬਣਾਉਂਦੇ ਆ, ਚਾਹੇ ਉਹਨੂੰ ਪੇਸਟ ਕਰਦੇ, ਚਿਪਕਾਉਂਦੇ ਉਹਦੇ ਉੱਪਰ, ਜਿਸ ਵੀ ਤਰੀਕੇ ਨਾਲ ਹੈ ਉਹ ਇਹਨੂੰ ਕਰ ਸਕਦੇ ਆ। ਜਿਸ ਤਰੀਕੇ ਨਾਲ ਹੁਣ ਤੁਸੀਂ ਦੇਖੋ ਸਕਰੀਨ ਦੇ ਉੱਪਰ, ਅਗਰ ਥੋੜਾ ਲੈਗ ਹੈ, ਮੈਂ ਸਕਰੀਨ ਸ਼ੇਅਰ ਕਰਦੀ, ਤੁਹਾਨੂੰ ਥੋੜਾ ਦੇਰ ਬਾਅਦ ਨਜ਼ਰ ਆ ਰਿਹਾ ਐਜ਼ ਆਈ ਕੈਨ ਸੀ। ਤੇ ਜਿਸ ਤਰੀਕੇ ਨਾਲ ਤੁਸੀਂ ਦੇਖੋ, ਇੱਥੇ 3 ਕਾਲਮ ਬਣਾ ਕੇ, ਪਹਿਲੇ ਕਾਲਮ ਵਿੱਚ ਟਰਮ ਹੈ, ਇਨਫੋਰਮੇਸ਼ਨ, ਫਿਰ ਉਹਦਾ ਪਿਕਚਰ। ਇੱਥੇ ਮੈਂ 3 ਵਰਡ ਲਿਖੇ ਹੋਏ ਹੈ, ਪਾਈਲ, ਪਡਲ, ਬਕਟ। ਉਹਨਾਂ ਦੀ ਇਨਫੋਰਮੇਸ਼ਨ ਤੇ ਨਾਲ ਉਹਦਾ ਪਿਕਚਰ, ਤਾਂ ਕਿ ਆਪਾਂ ਨੂੰ ਵੀ ਯਾਦ ਹੈ ਕਿ ਅਸੀਂ ਪਿਕਚਰ ਦੇਖ ਕੇ ਅਸੀਂ ਬਹੁਤ ਜਲਦੀ ਯਾਦ ਕਰਦੇ ਹਾਂ, ਉਸ ਅਸੀਂ ਰਿਕਾਲ ਕਰ ਸਕਦੇ ਹਾਂ ਉਸ ਸ਼ਬਦ ਨੂੰ ਜਿਹੜਾ ਕਿ ਅਸੀਂ ਪੜ੍ਹਿਆ ਹੁੰਦਾ। ਤੇ ਮੈਂ ਇੱਥੇ ਪੰਜਾਬੀ ਵਿੱਚ ਵੀ ਲਿਖਿਆ ਤੁਹਾਡੇ ਵਾਸਤੇ, ਜਿੱਦਾਂ ਕਿ ਮੈਂ ਹੁਣ ਪੰਜਾਬੀ ਵਿੱਚ ਸਕਰੀਨ ਤੇ ਸ਼ਬਦ ਇਸ ਵੇਲੇ ਆ ਰਿਹਾ ਹੈ। ਇੱਥੇ ਲਿਖਿਆ ਹੈ ਸ਼ਬਦ ਖੂਹ। ਤੇ ਖੂਹ ਕੀ ਹੈ? ਇੱਕ ਨਵਾਂ ਸ਼ਬਦ ਅਗਰ ਸਾਡੇ ਵਾਸਤੇ ਹੋਵੇ ਵੀ ਖੂਹ ਕੀ ਕਹਿੰਦੇ, ਅਸੀਂ ਵੈਲ ਕਹਿੰਦੇ ਆ, ਅਸੀਂ ਕੂਆਂ ਕਹਿੰਦੇ ਆ। ਅਸੀਂ ਸਪੋਜ਼ ਪੰਜਾਬੀ ਵਿੱਚ ਨਵਾਂ ਸ਼ਬਦ ਇੰਟਰੋਡਿਊਸ ਕੀਤਾ, ਬੱਚਿਆਂ ਨੂੰ ਨਹੀਂ ਪਤਾ ਹੈ, ਤਾਂ ਉਹਨਾਂ ਨੂੰ ਦੱਸਦੇ ਆ ਕਿ ਖੂਹ ਕੀ ਹੁੰਦਾ ਹੈ। ਜ਼ਮੀਨ ਦੇ ਵਿੱਚ ਖੁਦਾਈ ਕਰਕੇ ਬਣਾਇਆ ਗਿਆ ਇੱਕ ਢਾਂਚਾ ਹੈ ਜੋ ਕਿ ਪੀਣ ਲਈ, ਸਿੰਚਾਈ ਦੇ ਪਾਣੀ ਲਈ ਉਹਦਾ ਇੱਕ ਸੋਰਸ ਹੁੰਦਾ ਹੈ। ਤੇ ਨਾਲ ਉਹਨਾਂ ਨੂੰ, ਬੱਚਿਆਂ ਨੂੰ ਕਵਾਂਗੇ ਇਹਦੀ ਪਿਕਚਰ ਬਣਾਉਣਗੇ, ਇਹਦੀ ਤਸਵੀਰ ਬਣਾਉਣਗੇ। ਇਸ ਤਰੀਕੇ ਦੇ ਨਾਲ ਜਦੋਂ ਅਸੀਂ ਕੋਈ ਵੀ ਚੈਪਟਰ ਬੱਚਿਆਂ ਨੂੰ ਸ਼ੁਰੂ ਕਰਦੇ, ਕੋਈ ਇੰਗਲਿਸ਼ ਦਾ, ਹਿੰਦੀ ਦਾ ਕੋਈ ਲੈਸਨ ਸ਼ੁਰੂ ਕਰਦੇ ਹਾਂ, ਤੇ ਬੱਚਿਆਂ ਨੂੰ ਅਸੀਂ ਇੱਕ ਵੋਕੈਬਲਰੀ ਦੇ ਨਵੇਂ-ਨਵੇਂ ਜੋ ਵਰਡ ਆਉਂਦੇ ਆ, ਅਸੀਂ ਬੱਚਿਆਂ ਨੂੰ ਉਹ ਲਿਖਾਉਂਦੇ ਆ ਉਹਦੇ ਵਿੱਚ, ਤੇ ਉਹ ਸਿਰਫ ਲਿਖਦੇ ਨੇ, ਉਹਦਾ ਮੀਨਿੰਗ ਲਿਖਦੇ ਨੇ। ਅਗਰ ਅਸੀਂ ਉਹਨਾਂ ਨੂੰ ਨਾਲ ਥੋੜੀ ਜਿਹੀ ਇਨਫੋਰਮੇਸ਼ਨ ਹੋਰ ਐਕਸਟਰਾ ਦਈਏ ਕਿ ਇਹ ਸ਼ਬਦ ਕਿੱਥੇ ਇਸਤੇਮਾਲ ਹੁੰਦਾ ਹੈ, ਇਸ ਸ਼ਬਦ ਦੇ ਸਿਨੋਨਿਮਸ ਕੀ ਹੈ, ਐਂਟੋਨਿਮਸ ਕੀ ਹੈ, ਠੀਕ ਹੈ, ਉਹਦੀ ਤਸਵੀਰ ਵੀ ਨਾਲ ਲਗਾਉਂਦੇ ਆ, ਤੇ ਉਹਦੇ ਨਾਲ ਬੱਚਿਆਂ ਨੂੰ ਵੋਕੈਬਲਰੀ ਵਧਾਉਣ ਵਿੱਚ ਬਹੁਤ ਜ਼ਿਆਦਾ ਮਦਦ ਹੁੰਦੀ ਹੈ। ਤਾਂ ਇਹ ਟਿਪ ਚਾਰਟ ਸਟ੍ਰੈਟਜੀ ਜਿਹੜੀ ਹੈ, ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਆਪਣੀ ਕਲਾਸ ਵਿੱਚ। ਇਹਨੂੰ ਹੋਰ ਜਿੰਨਾ ਮਰਜ਼ੀ ਤੁਸੀਂ ਇਲੈਬੋਰੇਟ ਕਰ ਸਕਦੇ ਹੋ। ਜਿਸ ਤਰ੍ਹਾਂ ਕਿ ਮੈਂ ਲਿਖਿਆ ਹੈ ਕਿ ਸ਼ਬਦ ਹੈ, ਉਹਦੀ ਜਾਣਕਾਰੀ ਹੈ, ਤਸਵੀਰ ਹੈ, ਟਰਮ, ਇਨਫੋਰਮੇਸ਼ਨ ਐਂਡ ਪਿਕਚਰ। ਇਸ ਤੋਂ ਅੱਗੇ ਤੁਸੀਂ ਸਿਨੋਨਿਮ,
ਐਂਟੋਨਿਮ ਜਾਂ ਉਹਦਾ ਇੱਕ ਸੈਂਟੈਂਸ। ਆਮ ਤੌਰ ਤੇ ਕੀ ਹੁੰਦਾ, ਜਦੋਂ ਬੱਚਿਆਂ ਨੂੰ ਅਸੀਂ ਸੈਂਟੈਂਸ ਬਣਾਉਣ ਵਾਸਤੇ ਦਿੰਨੇ ਆ, ਉਹ ਆਪਣੀ ਕਿਤਾਬ ਦੇ ਵਿੱਚੋਂ ਹੀ ਕੋਈ ਸ਼ਬਦ ਲੈ ਕੇ ਉਹਦੇ ਵਿੱਚੋਂ ਹੀ ਬਣਿਆ ਬਣਾਇਆ ਸੈਂਟੈਂਸ ਲਿਖ ਦਿੰਦੇ ਕਿ ਹਾਂਜੀ ਇਹ ਲਿਖਿਆ ਹੋਇਆ। ਪਰ ਜਦ ਅਸੀਂ ਉਹਨਾਂ ਨੂੰ ਇਹ ਕਹਾਂਗੇ ਕਿ ਤੁਸੀਂ ਆਪਣੀ ਰੀਅਲ ਲਾਈਫ ਨਾਲ ਰਿਲੇਟਡ ਇੱਕ ਸੈਂਟੈਂਸ ਜੋ ਹੈ ਉਹ ਬਣਾਉਣਾ ਹੈ, ਵਾਕ ਬਣਾਉਣਾ ਹੈ, ਤੇ ਉਹਦੇ ਨਾਲ ਕੀ ਹੈ ਕਿ ਉਹਨਾਂ ਨੂੰ ਐਕਚੁਅਲੀ ਇਹ ਮਦਦ ਮਿਲਦੀ ਹੈ ਕਿ ਕਿਸ ਤਰੀਕੇ ਨਾਲ ਆਪਣੀ ਰੀਅਲ ਲਾਈਫ 'ਚ ਉਸ ਨਵੇਂ ਸ਼ਬਦ ਦਾ ਉਹਨਾਂ ਨੇ ਇਸਤੇਮਾਲ ਕਰਨਾ ਹੈ। ਇਸ ਤਰੀਕੇ ਨਾਲ ਟਿਪ ਚਾਰਟ ਸਟ੍ਰੈਟਜੀ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਕਿਹਾ ਕਿ ਤਸਵੀਰ ਦੀ ਮਦਦ ਨਾਲ ਅਸੀਂ ਬਹੁਤ ਅੱਛੇ ਤਰੀਕੇ ਨਾਲ ਔਰ ਬੜੇ ਲੰਬੇ ਸਮੇਂ ਤੱਕ ਅਸੀਂ ਕੋਈ ਚੀਜ਼ ਜੋ ਹੈ ਉਹ ਯਾਦ ਰੱਖ ਸਕਦੇ ਹਾਂ। ਇੱਕ ਹੁੰਦੀ ਹੈ ਸਾਡੀ ਸ਼ਾਰਟ ਟਰਮ ਮੈਮਰੀ, ਇੱਕ ਹੁੰਦੀ ਹੈ ਲੌਂਗ ਟਰਮ ਮੈਮਰੀ। ਉਹ ਆਪਣੀ ਸ਼ਾਰਟ ਟਰਮ ਮੈਮਰੀ ਨੂੰ ਹੌਲੀ ਹੌਲੀ ਕਰਕੇ ਅਸੀਂ ਉਹਨੂੰ ਲੌਂਗ ਟਰਮ ਮੈਮਰੀ 'ਚ ਕਿੱਦਾਂ ਕਨਵਰਟ ਕਰਨਾ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਬਾਰ-ਬਾਰ ਰਿਕਾਲ ਕਰਨਾ ਤਾਂ ਕਿ ਉਹ ਸਾਡੀ ਲੌਂਗ ਟਰਮ ਮੈਮਰੀ ਦੇ ਵਿੱਚ ਆ ਜਾਣ। ਤੇ ਉਹਦੇ ਵਾਸਤੇ ਤਸਵੀਰਾਂ ਜਿਹੜੀਆਂ ਬਹੁਤ ਜ਼ਿਆਦਾ ਫਾਇਦੇਮੰਦ ਹੈ। ਅਗਲਾ ਜਿਹੜਾ ਤੁਹਾਡੇ ਨਾਲ ਮੈਂ ਨਵੀਂ ਸਟ੍ਰੈਟਜੀ ਸ਼ੁਰੂ ਕਰਨ ਜਾ ਰਹੀ ਹਾਂ ਹੈ ਵਰਡ ਆਰਟ। ਵਰਡ ਆਰਟ ਔਰ ਇਹਨੂੰ ਕਹਿੰਦੇ ਕੈਲੀਗ੍ਰਾਮ। ਕੈਲੀਗ੍ਰਾਮ ਹੈ ਕਿ ਕਿਸੇ ਵੀ ਸ਼ਬਦ ਨੂੰ ਉਹਦੇ ਪਿਕਚਰ ਦੇ ਥਰੂ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਆ ਤਾਂ ਕਿ ਉਹ ਬੱਚਿਆਂ ਨੂੰ ਮੀਨਿੰਗ ਸ਼ਬਦ ਨੂੰ ਦੇਖ ਕੇ, ਸ਼ਬਦ ਕਿਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਉਹਨੂੰ ਦੇਖ ਕੇ ਉਹਨਾਂ ਨੂੰ ਕਲੀਅਰ ਹੋ ਜਾਏ। ਇਹ ਹੈ ਕੈਲੀਗ੍ਰਾਮਸ। ਦੇਖੋ, ਹੁਣ ਦੇਖੋ ਸਕਰੀਨ ਦੇ ਉੱਪਰ ਤੁਹਾਨੂੰ ਕੁਝ ਸ਼ਬਦ ਨਜ਼ਰ ਆ ਰਹੇ हैं। ਸਟਿਚ ਲਿਖਿਆ ਹੈ ਤੇ ਉਹਨੂੰ ਪੂਰਾ ਸਟਿਚ ਕੀਤਾ ਹੋਇਆ ਹੈ। ਡ੍ਰਿਪ ਲਿਖਿਆ ਹੈ ਤੇ ਪਾਣੀ ਡ੍ਰਿਪ ਹੋ ਰਿਹਾ ਹੈ। एलिफेंट है तो इस तरीके ਨਾਲ ਲਿਖਿਆ ਹੈ ਕਿ ਉਹ ਐਲੀਫੈਂਟ ਹੈ। ਰੇਨਬੋ ਹੈ ਤੇ ਉਹ ਰੇਨਬੋ ਦੇ ਹੀ ਉਹਦੇ ਵਿੱਚ ਕਲਰਸ ਜਿਹੜੇ ਹੈ ਉਹ ਇਸਤੇਮਾਲ ਕੀਤੇ ਗਏ ਉਸੇ ਹੀ ਸੀਕੁਐਂਸ ਦੇ ਵਿੱਚ। I mean you have to bring ਇਸ ਤਰੀਕੇ ਦੀ ਕ੍ਰੀਏਟੀਵਿਟੀ। ਅਗਰ ਤੁਸੀਂ ਬੱਚੇ ਨੂੰ ਇਹ ਕਹੋਗੇ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਨੋਵੇਟਿਵ ਤਰੀਕੇ ਨਾਲ ਯੂ ਹੈਵ ਟੂ ਪ੍ਰੈਜ਼ੈਂਟ, ਤੇ ਬੱਚੇ ਨਵੇਂ-ਨਵੇਂ ਤਰੀਕੇ ਦੇ ਨਾਲ ਉਹਨੂੰ ਪ੍ਰੈਜ਼ੈਂਟ ਕਰਨਗੇ। ਹਰ ਬੱਚੇ ਦਾ ਇੱਕ ਵਿਲੱਖਣ, ਇੱਕ ਨਵੀਨ ਤਰੀਕਾ ਹੋਏਗਾ ਉਹਨੂੰ ਪ੍ਰੈਜ਼ੈਂਟ ਕਰਨ ਦਾ। ਹੁਣ ਦੇਖੋ, ਇਹ ਤੁਹਾਨੂੰ ਮੈਂ ਹੋਰ ਵੀ ਕੁਝ ਦਿਖਾ ਰਹੀ ਹਾਂ। ਕਲੌਕ, ਸਕਰੀਨ ਦੇ ਉੱਪਰ ਇੱਕ ਨਵੀਂ ਪਿਕਚਰ ਹੁਣ ਤੁਹਾਨੂੰ ਨਜ਼ਰ ਆ ਰਹੀ ਹੈ। ਕਲੌਕ ਲਿਖਿਆ ਹੈ, ਕਲੌਕ ਲਿਖਿਆ ਤਾਂ ਕਲੌਕ ਹੀ ਬਣਿਆ ਹੈ ਸਾਨੂੰ ਨਜ਼ਰ ਆ ਰਿਹਾ। that is calligram। ਸੋ ਇਹ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਜਿਹਦੇ ਨਾਲ ਬੱਚੇ ਜਿਹੜੇ ਹੈ ਉਹ ਇੰਟਰਸਟ ਲੈਂਦੇ ਕਿ ਨਵੇਂ-ਨਵੇਂ ਸ਼ਬਦ ਸਿੱਖਣ ਵਿੱਚ, ਜੋ ਬੱਚਿਆਂ ਵਾਸਤੇ ਨਵੇਂ ਸ਼ਬਦ ਹੁੰਦੇ। ਤੇ ਇੰਟਰਸਟ ਹੀ ਬਹੁਤ ਇੰਪੋਰਟੈਂਟ ਹੈ ਜੋ ਕਿ ਅਸੀਂ ਇਨਕਲਕੇਟ ਕਰਨਾ ਹੈ। ਬਾਕੀ ਬੱਚਿਆਂ ਦੇ ਕੋਲ ਇਨਫੋਰਮੇਸ਼ਨ ਭਰਪੂਰ ਹੈ, ਗੂਗਲ ਕਰਨਗੇ ਉਹਨਾਂ ਨੂੰ ਸਭ ਮਿਲ ਜਾਂਦਾ ਹੈ, ਪਰ ਉਹਨਾਂ ਦਾ ਇੰਟਰਸਟ ਇਨਕਲਕੇਟ ਕਰਨਾ, ਉਹ ਇੱਕ ਹਿਊਮਨ ਟੱਚ ਹੋਣਾ, ਉਹ ਇੱਕ ਬਹੁਤ ਜ਼ਰੂਰੀ ਹੈ ਜੋ ਕਿ ਅਧਿਆਪਕਾਂ ਤੋਂ ਬਗੈਰ ਹੋਰ ਕੋਈ ਕਰ ਨਹੀਂ ਸਕਦਾ। ਟਨਲ, ਪਿਛਲੇ ਸੈਸ਼ਨ ਵਿੱਚ ਵੀ ਅਸੀਂ ਇਹੀ ਬਾਰੇ ਗੱਲ ਕੀਤੀ ਸੀ ਮੈਮ, ਲਾਸਟ ਸੈਸ਼ਨ ਵਿੱਚ ਵੀ, ਕਿ ਫਨ, engaging ਟੈਕਨੋਲੋਜੀ ਸਭ ਕੁਝ ਯੂਜ਼ ਕਰਕੇ, ਕਿਉਂਕਿ ਅੱਜ ਕੱਲ ਬੱਚੇ ਇੱਕ ਚੀਜ਼ ਨਾਲ engaged ਨਹੀਂ ਰਹਿੰਦੇ। ਯੈਸ, ਤੁਹਾਨੂੰ ਹਰ ਤਰੀਕਾ, ਹਰ ਸਟ੍ਰੈਟਜੀ, ਜਿਹੜੇ ਵੀ whatever you have in your bag, ਤੁਸੀਂ ਕੱਢਣਾ ਹੀ ਕੱਢਣਾ ਹੈ, ਤੁਸੀਂ ਯੂਜ਼ ਕਰਨਾ ਹੀ ਕਰਨਾ ਹੈ। ਨਹੀਂ ਤੇ ਬੱਚਿਆਂ ਨੂੰ ਸਮਝਾਉਣਾ, ਬੱਚਿਆਂ ਨੂੰ engaged ਰੱਖਣਾ ਜਾਂ ਬੱਚਿਆਂ ਨੂੰ ਇੰਟਰਸਟਿਡ ਰੱਖਣਾ ਕਲਾਸ ਵਿੱਚ ਬਹੁਤ ਔਖਾ ਹੈ ਅੱਜ ਕੱਲ, ਬਹੁਤ ਔਖਾ ਹੈ। ਯੈਸ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਤੇ ਨਵੇਂ-ਨਵੇਂ ਤਰੀਕੇ ਦੇ ਨਾਲ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ। ਕੈਲੀਗ੍ਰਾਮ ਬੱਚਿਆਂ ਨੂੰ ਬਹੁਤ ਇੰਟਰਸਟਿੰਗ ਲੱਗਦੇ ਹੈ। ਹੁਣ ਤੁਸੀਂ ਦੇਖੋ, ਇਹ ਪੈਂਡਾ, ਗ੍ਰਿਲ। ਪੈਂਡਾ ਹੈ ਤਾਂ ਪੈਂਡਾ ਹੀ ਬਣਾਇਆ ਬੱਚਿਆਂ ਨੇ, ਹਰ ਬੱਚਾ ਅਲੱਗ ਤਰੀਕੇ ਨਾਲ ਬਣਾਏਗਾ। ਗ੍ਰਿਲ ਹੈ ਤਾਂ ਉਹ ਉਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਹੈ ਉਹਨੂੰ। ਐਗਜ਼ਿਟ, ਹੁਣ ਦੇਖੋ ਇੱਥੇ ਕਿੱਥੇ ਇਨੋਵੇਸ਼ਨ ਹੈ। ਐਗਜ਼ਿਟ, ਕਿ ਤੁਸੀਂ ਐਗਜ਼ਿਟ ਕਰ ਰਹੇ ਹੋ, ਰੂਮ ਚੋਂ ਐਗਜ਼ਿਟ ਕਰ ਰਹੇ ਹੋ, ਘਰ ਚੋਂ ਆਪਣੇ ਐਗਜ਼ਿਟ ਕਰ ਰਹੇ ਹੋ, ਜਾ ਰਹੇ ਹੋ, ਤਾਂ ਇੱਕ ਉਹਨੂੰ ਇੱਕ ਇਨੋਵੇਟਿਵ ਤਰੀਕੇ ਨਾਲ ਉਹਨੂੰ ਪ੍ਰੈਜ਼ੈਂਟ ਕੀਤਾ ਹੈ। ਤੇ ਇਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਇਹ ਕਹਿਣਾ ਕਿ ਉਹ ਆਪਣੀ ਇਨੋਵੇਸ਼ਨ ਜਿਹੜੀ ਹੈ ਉਹ ਅੱਗੇ ਲੈ ਕੇ ਆਉਣ। ਰਾਈਟ ਨਾਓ ਹੁਣ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਪੈਰਲਲ ਲਿਖਿਆ, ਤੇ ਪੈਰਲਲ ਲਾਈਨਸ ਹੁੰਦੀਆਂ ਇਹਦੇ ਵਿੱਚ। ਬੱਚੇ ਨੂੰ ਉਹਦਾ ਮੀਨਿੰਗ ਹੀ ਕਲੀਅਰ ਹੋ ਜਾਏਗਾ। ਸ਼ਬਦ ਜਦੋਂ ਲਿਖੇਗਾ ਤੇ ਸ਼ਬਦ ਦਾ ਵਿੱਚੋਂ ਹੀ ਇਸ ਤਰੀਕੇ ਨਾਲ ਲਿਖਿਆ ਜਾ ਰਿਹਾ ਹੈ, ਉਹਦੀ ਪ੍ਰੈਜ਼ੈਂਟੇਸ਼ਨ ਇਸ ਤਰੀਕੇ ਨਾਲ ਹੈ ਕਿ ਉਹਦਾ ਮੀਨਿੰਗ ਆਪਣੇ ਆਪ ਕਲੀਅਰ ਹੋ ਰਿਹਾ ਉਹਦੇ ਵਿੱਚ। ਸੈਲਫੀ ਸਾਰੇ ਲੈਂਦੇ ਨੇ ਅੱਜ ਕੱਲ, ਕੋਈ ਵੀ ਓਕੇਜਨ ਹੋਏ, ਕਿਤੇ ਵੀ ਜਾਈਏ, ਤਾਂ ਸੈਲਫੀ ਲਿਖਿਆ ਹੈ ਤਾਂ ਇਹਦੇ ਵਿੱਚ ਵੀ ਯੂ ਵਿਲ ਬੀ ਏਬਲ ਟੂ ਸੀ ਕਿ ਹਾਂ ਸੈਲਫੀ ਲਈ ਜਾ ਰਹੀ ਹੈ। ਸੋ let them be very very creative through calligrams are a very creative way to enhance students vocabulary। ਬੱਚਿਆਂ ਦਾ ਇੰਟਰਸਟ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਵੱਧਦਾ ਹੈ ਕੈਲੀਗ੍ਰਾਮਸ ਦੇ ਥਰੂ।
ਤੇ ਹੋਰ ਅੱਗੇ ਹੁਣ ਡਿਫਰੈਂਟ ਸਟ੍ਰੈਟਜੀਜ਼ ਮੈਂ ਤੁਹਾਡੇ ਨਾਲ ਕੁਝ ਹੋਰ ਪੜ੍ਹਾਉਣ ਦੀਆਂ ਅਧਿਆਪਨ ਦੀਆਂ ਕੁਝ ਹੋਰ ਸਟ੍ਰੈਟਜੀਜ਼ ਸ਼ੇਅਰ ਕਰੂੰਗੀ, ਕੁਝ ਦੁਹਰਾਈ, ਕਿਉਂਕਿ ਅੱਜ ਕੱਲ ਐਗਜ਼ਾਮ ਹੁਣ ਦੇਖੋ ਆਉਣ ਵਾਲੇ ਹੈ, ਟੈਸਟ ਹੋ ਰਹੇ, ਕਦੀ ਪੀਰੀਓਡਿਕ ਟੈਸਟ ਹੈ, ਕਦੀ ਕੁਝ ਹੈ, ਤਾਂ ਉਹਦੀਆਂ ਵੀ ਕੁਝ ਸਟ੍ਰੈਟਜੀਜ਼ ਤੁਹਾਨੂੰ ਸ਼ੇਅਰ ਕਰੂੰਗੀ। ਇਟ ਡਿਪੈਂਡਸ ਅਪਨ ਟਾਈਮ ਬਾਅਦ ਕੰਸਟ੍ਰੇਂਟ ਨਾ ਹੋਵੇ, ਮੈਂ ਜਲਦੀ ਤੁਹਾਡੇ ਨਾਲ ਕੁਝ ਸਟ੍ਰੈਟਜੀਜ਼ ਸ਼ੇਅਰ ਕਰੂੰਗੀ। ਅਗਲੀ ਸਟ੍ਰੈਟਜੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ BDA। ਇੱਕ ਪੜ੍ਹਾਉਣ ਦੀ ਸਟ੍ਰੈਟਜੀ ਹੈ ਬਿਫੋਰ, ਡਿਊਰਿੰਗ, ਆਫਟਰ। ਬਿਫੋਰ, ਡਿਊਰਿੰਗ, ਆਫਟਰ। ਅਸੀਂ ਆਪਣੇ ਬੱਚਿਆਂ ਨੂੰ, ਜਿਸ ਤਰ੍ਹਾਂ ਕਿ ਹੁਣ ਤੁਹਾਨੂੰ ਕਿਹਾ ਹੈ ਕਿ ਪਿਕਚਰ ਦੇ ਥਰੂ ਬੱਚੇ ਬਹੁਤ ਜਲਦੀ ਯਾਦ ਕਰਦੇ ਹੈ ਔਰ ਇੰਟਰਸਟ ਬਹੁਤ ਲੈਂਦੇ ਹੈ, ਔਰ ਵੈਸੇ ਵੀ ਅਸੀਂ ਗੱਲ ਕਰਦੇ ਹਾਂ ਆर्ट ਇੰਟੀਗ੍ਰੇਸ਼ਨ ਪ੍ਰੋਜੈਕਟਸ, ਔਰ ਆर्ट ਦਾ ਮਤਲਬ केवल रंग या कागज ही नहीं होता, आर्ट का डिफरेंट फॉर्म्स है, म्यूजिक है, बहुत सारे अलग अलग तरीके हैं आर्ट के फॉर्म्स से। और अपना ये जो आर्ट का तरीका मैं हुन गल करन जा रही हूँ, राइट नाउ वी आर फोकसिंग ऑन ड्राइंग्स एंड ऑल, कि बच्चा ਅਸੀਂ ਬੱਚਿਆਂ ਨੂੰ ਕੋਈ ਵੀ ਇੱਕ ਪ੍ਰੋਸੈਸ ਅਗਰ ਸਮਝਾ ਰਹੇ ਹਾਂ, ਕੋਈ ਤਰੀਕਾ ਹੈ, ਤਾਂ ਉਸ ਵਿੱਚ ਅਸੀਂ ਬੱਚਿਆਂ ਨੂੰ ਕਵਾਂਗੇ ਕਿ ਉਹਨਾਂ ਨੇ ਜੋ ਸਿੱਖਿਆ ਹੈ, ਜੋ ਸਮਝਿਆ ਹੈ, ਉਹਨੂੰ ਪਿਕਚਰ ਦੇ ਥਰੂ ਪ੍ਰੈਜ਼ੈਂਟ ਕਰਨ। ਸਪੋਜ਼ ਮੈਂ ਬੱਚਿਆਂ ਨੂੰ ਇਵੈਪੋਰੇਸ਼ਨ ਪੜਾਇਆ, ਜਿਹਨਾਂ ਕਿ ਅਸੀਂ ਪੰਜਾਬੀ ਵਿੱਚ ਵਾਸ਼ਪੀਕਰਨ ਕਹਿੰਦੇ ਹਾਂ, ਕਿ ਕਿਸ ਤਰੀਕੇ ਨਾਲ ਪਾਣੀ ਦੇ ਵਾਸ਼ਪ ਬਣਦੇ ਹੈ, ਠੀਕ ਹੈ, ਵੇਪਰਸ ਬਣਦੇ ਹੈ। ਤੇ ਉਹਨਾਂ ਨੂੰ ਅਗਰ ਮੈਂ ਇੱਕ ਬਾਹਰ ਤਲਾਬ ਦਿਖਾਇਆ ਤੇ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਇਹਨੂੰ ਦੇਖ ਕੇ BDA ਡਰਾਇੰਗਸ ਬਣਾਉਣੀ ਹੈ ਬਿਫੋਰ, ਕਿ ਤਲਾਬ ਇਸ ਤਰੀਕੇ ਨਾਲ ਹੋਣ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਹੋਏਗਾ, ਇਹ ਪਾਣੀ ਨਹੀਂ ਅਗਰ ਹੁੰਦਾ ਇਸ ਤੋਂ ਪਹਿਲਾਂ ਕਿੱਦਾਂ ਦਾ ਸੀ ਤਲਾਬ, ਇੱਕ ਖਾਲੀ ਜਗ੍ਹਾ ਸੀ ਜਾਂ ਚਾਹੇ ਖੂਹ ਦੀ ਐਗਜ਼ਾਮਪਲ, ਕੋਈ ਵੀ ਉਹਨਾਂ ਨੇ ਐਗਜ਼ਾਮਪਲ ਦੇ ਕੇ ਅਸੀਂ ਕਹਿ ਸਕਦੇ ਹਾਂ। ਤੇ ਬਿਫੋਰ ਐਂਡ ਦੈਨ ਡਿਊਰਿੰਗ ਮਤਲਬ ਇਹ ਜਿਹੜਾ ਤਲਾਬ ਬਣਨ ਦਾ ਪ੍ਰੋਸੈਸ ਹੈ ਉਹ ਕਿਸ ਤਰੀਕੇ ਨਾਲ ਹੋਇਆ ਹੋਏਗਾ, ਇਹਦੇ ਵਿੱਚ ਪਾਣੀ ਕਿੱਥੋਂ ਆਇਆ ਹੋਏਗਾ। ਡਿਊਰਿੰਗ ਦੇ ਹੈਵ ਟੂ ਮੇਕ ਦ ਡਰਾਇੰਗਸ। ਐਂਡ ਆਫਟਰ, ਅਗਰ ਸੂਰਜ ਬਹੁਤ ਜ਼ਿਆਦਾ ਚਮਕ ਰਿਹਾ ਹੈ, ਬਹੁਤ ਰੋਸ਼ਨੀ ਹੈ, ਕਾਫੀ ਦਿਨਾਂ ਤੱਕ ਇਹ ਪਾਣੀ ਆ ਰਿਹਾ ਦੇ ਅੰਦਰ ਬਾਰਿਸ਼ ਨਹੀਂ ਹੋ ਰਹੀ ਹੈ, ਪਾਣੀ ਨਹੀਂ ਆ ਰਿਹਾ ਔਰ ਪਾਣੀ ਵਾਸ਼ਪਿਤ ਹੋ ਰਿਹਾ ਹੈ, ਫਿਰ ਆਫਟਰ ਉਸ ਤੋਂ ਬਾਅਦ ਇਹ ਤਲਾਬ ਕਿਸ ਤਰੀਕੇ ਦਾ ਨਜ਼ਰ ਆਏਗਾ। ਮਤਲਬ ਕਿ ਸਿਚੁਏਸ਼ਨ ਨੂੰ ਪ੍ਰੈਜ਼ੈਂਟ ਕਰਨਾ ਉਹ ਨਹੀਂ ਜੋ ਸਾਹਮਣੇ ਨਜ਼ਰ ਆ ਰਹੀ ਹੈ, ਬਟ ਸਿਚੁਏਸ਼ਨ ਬਿਫੋਰ ਐਂਡ ਆਫਟਰ। ਇਸ ਤਰੀਕੇ ਨਾਲ ਬੱਚਿਆਂ ਦੀ ਕ੍ਰਿਟੀਕਲ ਥਿੰਕਿੰਗ, ਕ੍ਰੀਏਟੀਵਿਟੀ ਉਹਨਾਂ ਦੀ ਡਿਵੈਲਪ ਹੁੰਦੀ ਹੈ ਕਿ ਜੋ ਉਹਨਾਂ ਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ ਸਿਰਫ ਉਹਦੇ ਉੱਪਰ ਕਨਸੈਂਟਰੇਟ ਨਾ ਕਰਨ, ਦੇ ਸ਼ੁੱਡ ਥਿੰਕ ਅਬਾਊਟ ਕਿ ਇਹ ਪਹਿਲੇ ਕਿਸ ਤਰੀਕੇ ਦਾ ਸੀ ਔਰ ਇਹ ਬਾਅਦ ਵਿੱਚ ਕਿਸ ਤਰੀਕੇ ਦਾ ਹੋ ਸਕਦਾ ਹੈ। ਲੈਟ them be very very creative। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਹ BDA ਡਰਾਇੰਗਸ ਜਿਹੜੀਆਂ ਹੈ ਉਹ ਆਪਣੀ ਕਲਾਸ ਵਿੱਚ ਯੂਜ਼ ਕਰ ਸਕਦੇ ਆ। ਬਿਫੋਰ, ਡਿਊਰਿੰਗ, ਆਫਟਰ, ਪ੍ਰੋਸੈਸ ਤੋਂ ਪਹਿਲਾਂ, ਪ੍ਰੋਸੈਸ ਦੇ ਦੌਰਾਨ ਔਰ ਪ੍ਰੋਸੈਸ ਤੋਂ ਬਾਅਦ। ਇਹ ਕਿਸੇ ਵੀ ਪ੍ਰੋਸੈਸ ਵਿੱਚ ਯੂਜ਼ ਕਰ ਸਕਦੇ ਆ। ਤੁਸੀਂ ਬੱਚਿਆਂ ਨੂੰ ਸਾਇੰਸ ਪੜ੍ਹਾ ਰਹੇ ਹੋ, ਬੱਚਿਆਂ ਨੂੰ ਕੋਈ ਵੀ ਬਣਾ ਰਹੇ ਹੋ, ਉਹਨਾਂ ਨੂੰ ਸਮਝਾ ਸਕਦੇ ਹੋ ਕਿ ਪਹਿਲਾਂ ਕਿਸ ਤਰ੍ਹਾਂ ਦਾ ਸੀ, ਬਾਅਦ ਵਿੱਚ ਪ੍ਰੋਸੈਸ ਦੇ ਦੌਰਾਨ ਕਿਵੇਂ ਹੋਇਆ ਔਰ ਬਾਅਦ ਵਿੱਚ ਇਹ ਕਿਸ ਤਰੀਕੇ ਦਾ ਨਜ਼ਰ ਆਏਗਾ। then you have to plan, ਤੁਸੀਂ ਆਪਣੇ ਇਸ ਤਰੀਕੇ ਨਾਲ ਬੱਚਿਆਂ ਨੂੰ ਕੋਈ ਸਿਚੁਏਸ਼ਨ ਦਿਓ and they have to draw it, right? ਹੁਣ ਅਗਲੀ ਸਟ੍ਰੈਟਜੀ ਅਧਿਆਪਨ ਦੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ, ਇਹ ਹੈ 4 corner strategy। 4 corner strategy, 4 ਕੋਨੇ ਰਣਨੀਤੀ। ਇਹਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ? ਨਾਰਮਲੀ ਸਾਡੇ ਪਹਿਲੇ ਜਿਹੜੇ ਕਲਾਸਰੂਮਸ ਹੁੰਦੇ ਸੀ, ਹੁਣ ਵੀ ਅਸੀਂ ਕਮਰੇ ਜਿੱਥੇ ਬੈਠੇ ਹਾਂ 4 ਕੋਨੇ ਹੈ। ਅੱਜ ਕੱਲ ਤਾਂ ਕਲਾਸਰੂਮਸ ਬੜੇ ਯੂਨੀਕ ਹੁੰਦੇ, ਜਾਂ ਤਾਂ ਅਸੀਂ ਬਾਹਰ ਨੇਚਰ ਵਿੱਚ ਬੱਚਿਆਂ ਨੂੰ ਬਾਹਰ ਬੈਠ ਕੇ ਪੜ੍ਹਾਉਂਦੇ ਹਾਂ, ਜਾਂ ਜਿਹੜਾ ਹੈ ਬੜੇ ਅਲੱਗ-ਅਲੱਗ ਸ਼ੇਪ ਦੇ ਬਣੇ ਹੁੰਦੇ ਆ ਸਾਡੇ ਕਮਰੇ, ਰਾਈਟ? ਪੈਂਟਾਗਨ ਹੈ, ਹੈਕਸਾਗਨ ਹੈ, ਅਲੱਗ-ਅਲੱਗ ਤਰੀਕੇ ਦੇ ਕਮਰੇ ਵੀ ਸਾਡੇ ਕੋਲ ਹੁੰਦੇ ਆ। ਔਰ ਵੈਸੇ ਵੀ ਆਈ ਡੋਂਟ ਨੋ ਆਨਲਾਈਨ ਪਲੇਟਫਾਰਮ ਤੇ ਤਾਂ ਅਸੀਂ ਹੁਣ ਜੋ ਹੈ ਗੂਗਲ ਮੀਟ ਤੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਜਾਂ ਹੋਰ ਕਈ ਆਨਲਾਈਨ ਪਲੇਟਫਾਰਮ ਹੈ ਉਹਨਾਂ ਤੇ ਪੜ੍ਹਾਉਂਦੇ ਹਾਂ, ਬਟ ਸਟਿਲ 4 ਕੋਨੇ ਰਣਨੀਤੀ ਦਾ ਮਤਲਬ ਹੈ ਕਿ ਬੱਚਿਆਂ ਨੂੰ ਅਸੀਂ ਕਲਾਸ ਤੇ 4 ਕੋਨੇ ਅਲੱਗ-ਅਲੱਗ ਜਿਹੜੇ ਕਾਰਨਰ ਹੈ ਅਸੀਂ ਉਹਨਾਂ ਨੂੰ ਉਹ ਦੇ ਦਿੰਦੇ ਹਾਂ ਕਿ ਤੁਸੀਂ ਆਪਣੇ ਗਰੁੱਪ ਦੇ ਅਕੋਰਡਿੰਗਲੀ ਉਹਨਾਂ ਕੋਨਿਆਂ ਵਿੱਚ ਜਾਣਾ ਹੈ। ਤੇ ਇਸ ਤਰੀਕੇ ਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਹੈ, ਤੁਸੀਂ ਦੇਖੋ ਜਿਸ ਤਰ੍ਹਾਂ ਕਿ ਸਾਹਮਣੇ ਸਕਰੀਨ ਦੇ ਉੱਪਰ ਲਿਖਿਆ ਹੋਇਆ ਹੈ ਕਿ ਮੈਂ ਆਪਣੇ ਜਿਹੜੇ 4 ਕੋਨੇ ਹੈ ਉਹਨਾਂ ਨੂੰ 4 ਅਲੱਗ-ਅਲੱਗ ਲੇਬਲ ਦੇ ਦਿੰਨੇ ਕਿ ਜਿਹੜੇ ਬੱਚੇ ਸਟਰੋਂਗਲੀ ਅਗਰੀ ਕਰਦੇ ਹੈ, ਪੂਰੀ ਤਰ੍ਹਾਂ ਸਹਿਮਤ ਹੈ ਕੋਈ ਇੱਕ ਪਾਰਟਿਕੂਲਰ ਪੁਆਇੰਟ ਨਾਲ। ਕਿਹੜਾ ਪੁਆਇੰਟ? ਉਹ ਸਾਹਮਣੇ ਸਕਰੀਨ ਤੇ ਲਿਖਿਆ ਹੋਇਆ ਹੈ। ਜਿਹੜੇ ਮੇਰੇ ਅਧਿਆਪਕ ਪੰਜਾਬੀ ਨਹੀਂ ਪੜ੍ਹ ਸਕਦੇ, ਸੁਣ ਕੇ ਸਮਝ ਸਕਦੇ ਆ, ਉਹਨਾਂ ਲਈ ਮੈਂ ਪੜ੍ਹ ਕੇ ਦਿਖਾਣੀ ਹੈ। ਇੱਥੇ ਲਿਖਿਆ ਹੈ ਕਿ ਨਿਯਮ ਹਮੇਸ਼ਾ ਚੰਗੇ ਹੁੰਦੇ ਹਨ
ਅਤੇ ਸਾਨੂੰ ਬਿਹਤਰ ਮਨੁੱਖ ਬਣਨ ਵਿੱਚ ਮਦਦ ਕਰਦੇ ਹਨ। ਰੂਲਸ ਆਰ ਆਲਵੇਸ ਵੈਰੀ ਗੁੱਡ ਐਂਡ ਦੇ ਹੈਲਪ ਅਸ ਟੂ ਬਿਕਮ ਬੈਟਰ ਹਿਊਮਨ ਬੀਇੰਗਸ। ਔਰ ਸਾਨੂੰ ਰੂਲਸ ਨੂੰ ਸਟ੍ਰਿਕਟਲੀ ਫੋਲੋ ਕਰਨਾ ਚਾਹੀਦਾ ਹੈ। ਸੇ ਇੱਥੇ ਮੈਂ ਬੱਚਿਆਂ ਨੂੰ ਇਹ ਕੁਐਸਚਨ ਕਲਾਸ ਵਿੱਚ ਇੱਕ ਓਪਨ ਐਂਡਡ ਕੁਐਸਚਨ ਆਪਣੀ ਕਲਾਸ ਵਿੱਚ ਸ਼ੇਅਰ ਕੀਤਾ, ਔਰ ਉਸ ਤੋਂ ਬਾਅਦ ਵਿੱਚ ਮੈਂ ਆਪਣੇ ਬੱਚਿਆਂ ਨੂੰ ਕਿਹਾ ਕਿ ਕਲਾਸਰੂਮ ਦੇ 4 ਕੋਨੇ ਮੈਂ ਲੇਬਲ ਕਰ ਦਿੱਤੇ। ਉੱਥੇ ਲਿਖਿਆ ਹੈ ਸਟਰੋਂਗਲੀ ਅਗਰੀ, ਸਮਵਟ ਅਗਰੀ, ਸਮਵਟ ਡਿਸਅਗਰੀ, ਸਟਰੋਂਗਲੀ ਡਿਸਅਗਰੀ। ਜਿਹੜੇ ਬੱਚੇ ਪੂਰੀ ਤਰ੍ਹਾਂ ਸਹਿਮਤ ਹੈ ਉਹ ਇੱਕ ਕੋਨੇ 'ਚ ਜਾਣਗੇ, ਜਿਹੜੇ ਬੱਚੇ ਪੂਰੀ ਤਰ੍ਹਾਂ ਨਹੀਂ ਸਹਿਮਤ ਉਹ ਦੂਸਰੇ ਕੋਨੇ ਜਾਣਗੇ। ਜਿਹੜੇ ਬੱਚੇ ਸਹਿਮਤ ਹੈ ਪਰ ਉਹ ਕਹਿੰਦੇ ਕਿ ਇੱਕ ਪਾਰਟਿਕੂਲਰ ਕੰਡੀਸ਼ਨ 'ਚ ਮੇਰਾ ਆਨਸਰ ਜੋ ਹੈ ਉਹ ਵੇਰੀ ਕਰ ਸਕਦਾ ਹੈ, ਉਹਨਾਂ ਵਾਸਤੇ ਹੋਰ ਅਲੱਗ ਕੋਨਾ ਹੈ। ਔਰ ਜਿਹੜੇ ਕਹਿੰਦੇ ਮੈਂ ਅਸੀਂ ਸਹਿਮਤ ਨਹੀਂ ਹੈ ਪਰ ਹਾਂ ਇਹਨਾਂ ਨਾਲ ਕੰਡੀਸ਼ਨ ਦੇ ਵਿੱਚ ਅਸੀਂ ਤੁਹਾਡੇ ਜਿਹੜਾ ਸਟੇਟਮੈਂਟ ਹੈ ਉਹਦੇ ਨਾਲ ਅਸੀਂ ਸਹਿਮਤ ਹਾਂ। ਇਸ ਤਰੀਕੇ ਦੇ ਨਾਲ ਸਿਰਫ ਬੱਚਿਆਂ ਨੂੰ ਅਨਾਉਂਸ ਕਰਕੇ ਖੜੇ ਕਰਨ ਦਾ ਮਤਲਬ ਨਹੀਂ ਹੈ ਕਿ ਆਪਣੇ ਆਪਣੇ ਕੋਨੇ 'ਚ ਜਾ ਕੇ ਖੜੇ ਹੋ ਜਾਓ, ਤਾਂ ਅਸੀਂ ਬੈਠ ਕੇ ਵੀ ਸਵਾਲ ਜਵਾਬ ਕਰ ਸਕਦੇ ਹਾਂ ਕਲਾਸ ਵਿੱਚ। ਤੁਸੀਂ ਕਲਾਸ ਵਿੱਚ ਕੀ ਕਰਨਾ ਹੈ, ਇਹ ਆਪਣੀ ਸਟੇਟਮੈਂਟ ਜਦੋਂ ਬੱਚਿਆਂ ਨੂੰ ਕੋਈ ਵੀ ਇੱਕ ਓਪਨ ਐਂਡਡ ਕੁਐਸਚਨ ਦਿੱਤਾ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਕਲਾਸ ਦੇ ਬੱਚਿਆਂ ਨੂੰ 5-10 ਮਿੰਟ ਦੋਗੇ ਕਿ ਇਹਨਾਂ 10 ਮਿੰਟ ਦੇ ਵਿੱਚ ਤੁਸੀਂ ਆਪਣੇ ਜੋ ਵੀ ਤੁਹਾਡਾ ਆਨਸਰ ਹੈ ਇਹਨਾਂ 4 ਆਪਸ਼ਨ ਦੇ ਵਿੱਚੋਂ ਉਹਦੇ ਫੇਵਰ ਦੇ ਵਿੱਚ ਤੁਸੀਂ 3 ਰੀਜ਼ਨ ਲਿਖਣੇ। ਤੁਸੀਂ 3 ਰੀਜ਼ਨ ਲਿਖਣੇ ਹੈ ਕਿ ਕਿਉਂ ਤੁਸੀਂ ਅਗਰੀ ਕਰਦੇ ਹੋ, ਕਿਉਂ ਤੁਸੀਂ ਡਿਸਅਗਰੀ ਕਰਦੇ ਹੋ। 5-10 ਮਿੰਟ ਦੇ ਬਾਅਦ ਵਿੱਚ ਉਹ ਫਿਰ ਬੱਚੇ ਆਪਣਾ ਜਿਹੜਾ ਉਹਨਾਂ ਨੇ ਪੁਆਇੰਟ ਲਿਖਿਆ ਹੈ ਕਾਗਜ਼ ਤੇ ਲਿਖਿਆ ਹੈ ਉਹ ਉਸ ਲੈ ਕੇ ਆਪਣੇ ਕੋਨੇ ਵਿੱਚ ਚਲੇ ਜਾਣਗੇ। ਸਾਰੇ ਦੇ ਸਾਰੇ ਇਸ ਤਰੀਕੇ ਦੇ ਨਾਲ ਬੱਚੇ ਡਿਵਾਈਡ ਹੋ ਜਾਣਗੇ ਡਿਫਰੈਂਟ ਗਰੁੱਪਸ ਦੇ ਵਿੱਚ, ਜਿਹਦੇ ਕਿ ਇੱਕ ਤੁਸੀਂ ਇੱਕ ਸਟ੍ਰੈਟਜੀ ਆਮ ਕਲਾਸ ਵਿੱਚ ਯੂਜ਼ ਕਰਦੇ ਹੋ, ਥਿੰਕ ਪੇਅਰ ਸ਼ੇਅਰ, ਕਿ ਬੱਚਾ ਪਹਿਲੇ ਆਪਣੇ ਪੁਆਇੰਟ ਲਿਖਦਾ ਹੈ, ਫਿਰ ਬੱਚਾ ਆਪਣੇ ਪੀਅਰ ਗਰੁੱਪ ਦੇ ਨਾਲ ਡਿਸਕਸ ਕਰਦਾ ਹੈ, ਸ਼ੇਅਰ ਕਰਦਾ ਹੈ, ਠੀਕ ਹੈ। ਥਿੰਕ ਪੇਅਰ ਦੇ ਨਾਲ ਡਿਸਕਸ ਕਰਦਾ ਹੈ, ਦੈਨ ਗਰੁੱਪ ਵਿੱਚ ਸ਼ੇਅਰ ਕਰਦਾ ਹੈ। ਦਿਸ ਇਜ਼ ਆਲਸੋ ਕਾਈਂਡ ਆਫ ਸਿਮਿਲਰ ਸਟ੍ਰੈਟਜੀ ਕਿ ਬੱਚੇ ਆਪਣੇ ਆਪਣੇ ਪੁਆਇੰਟ ਲੈ ਕੇ ਡਿਫਰੈਂਟ ਕਾਰਨਰ ਵਿੱਚ ਜਾਂਦੇ, ਉਹਦੇ ਵਿੱਚ ਆਟੋਮੈਟਿਕਲੀ ਦੇ ਆਰ ਡਿਵਾਈਡਡ ਇਨਟੂ ਗਰੁੱਪਸ। ਡਿਫਰੈਂਟ ਬੱਚੇ ਗਰੁੱਪ ਵਿੱਚ ਜਾਣਗੇ ਔਰ ਉਸ ਤੋਂ ਬਾਅਦ ਵਿੱਚ ਉਹ ਆਪਸ ਚ ਪੁਆਇੰਟ ਡਿਸਕਸ ਕਰਨਗੇ ਕਿ ਮੈਂ ਇਹ ਪੁਆਇੰਟ ਲਿਖੇ ਇਸ ਲਈ ਮੈਂ ਅਗਰੀ ਕਰਦਾ, ਮੈਂ ਇਸ ਲਈ ਮੈਂ ਡਿਸਅਗਰੀ ਕਰਦਾ। ਦੇ ਵਿਲ ਡਿਸਕਸ ਔਰ ਉਸ ਤੋਂ ਬਾਅਦ ਦੇ ਵਿਲ ਬੀ ਏਬਲ ਟੂ ਪ੍ਰੈਜ਼ੈਂਟ। ਜਿਸ ਤਰੀਕੇ ਨਾਲ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਸਭ ਬੱਚੇ ਆਪਣੇ ਆਪਣੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਜਿਹੜੇ ਹੈ ਉਹ ਚਲੇ ਜਾਣਗੇ ਔਰ ਉੱਥੇ ਜਾ ਕੇ ਆਪਣੇ ਖੜੇ ਹੋ ਜਾਣਗੇ। ਔਰ ਅਗਰ ਉਹਨਾਂ ਦੇ ਨਾਲ ਕੋਈ ਹੋਰ ਬੱਚੇ ਹੈ ਜਿਹੜੇ ਕਿ ਉਸ ਪਾਰਟਿਕੂਲਰ ਨਾਲ ਸਹਿਮਤ ਹੈ ਉਹ ਵੀ ਉਸ ਗਰੁੱਪ ਵਿੱਚ ਚਲੇ ਜਾਣਗੇ। ਇਹਦੇ ਨਾਲ ਮੈਮ ਆਪਾਂ ਕੋਲੈਬੋਰੇਸ਼ਨ ਦੇ ਬਾਰੇ ਵੀ ਪਹਿਲੇ ਗੱਲ ਕਰ ਰਹੇ ਸੀ ਕਿ ਕੋਲੈਬੋਰੇਸ਼ਨ ਜਿਹੜਾ 4C ਦਾ ਇੱਕ C ਹੈ ਕੋਲੈਬੋਰੇਸ਼ਨ। ਇਸ ਐਕਟੀਵਿਟੀ ਨਾਲ ਮੈਨੂੰ ਲੱਗਦਾ ਹੈ ਕੋਲੈਬੋਰੇਸ਼ਨ ਜਾਂ ਗਰੁੱਪ ਐਕਟੀਵਿਟੀ ਇਹ ਬਹੁਤ ਅੱਛੀ ਐਕਟੀਵਿਟੀ ਹੈ। ਮੈਂ ਕਦੀ ਟਰਾਈ ਨਹੀਂ ਕੀਤੀ ਪਰ ਮੈਂ ਹੁਣ ਕਰੂੰਗੀ ਜ਼ਰੂਰ। ਮੈਮ ਬੱਚੇ ਬਹੁਤ ਇੰਟਰਸਟ ਲੈਂਦੇ ਹੈ। ਹੁਣ ਦੇਖੋ ਅਗਰ ਮੈਂ ਬੱਚਿਆਂ ਨੂੰ, ਹੁਣ ਮੈਂ ਸਕਰੀਨ ਤੇ ਇੱਕ ਕੁਐਸਚਨ ਲਿਖਿਆ ਹੈ ਕਿ ਬੱਚਿਆਂ ਨੂੰ ਗੈਜਟ ਦੀ ਵਰਤੋਂ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ, ਤੇ ਇਹ ਵਾਲਾ ਸਵਾਲ ਜਦੋਂ ਅਸੀਂ ਪੁੱਛਿਆ ਤੇ ਬੱਚੇ ਕੁਝ ਕਹਿੰਦੇ ਹਾਂਜੀ ਅਸੀਂ ਬਿਲਕੁਲ ਸਹਿਮਤ ਹੈ ਇਸ ਚੀਜ਼ ਨਾਲ, ਕੁਝ ਕਹਿੰਦੇ ਹਾਂ ਅਸੀਂ ਸਹਿਮਤ ਹੈ ਪਰ ਇਸ ਪੁਆਇੰਟ ਵਿੱਚ ਨਹੀਂ ਹੈਗੇ, ਕੁਝ ਬੱਚੇ ਕਹਿੰਦੇ ਨਹੀਂ ਅਸੀਂ ਸਹਿਮਤ ਨਹੀਂ ਹੈ ਪਰ ਇਹ ਪਾਰਟਿਕੂਲਰ ਪੁਆਇੰਟ ਹੈ ਇਸ ਕੇਸ ਵਿੱਚ ਤਾਂ ਅਸੀਂ ਸਹਿਮਤ ਹੈ, ਤੇ ਕੋਈ ਕਹਿੰਦੇ ਨਹੀਂ ਬਿਲਕੁਲ ਵੀ ਜਿਹੜੇ ਹੈ ਉਹ ਨਹੀਂ ਦੇਣੇ ਚਾਹੀਦੇ। ਤੇ ਇਸ ਤਰੀਕੇ ਦੇ ਨਾਲ ਬੱਚੇ ਜਿਹੜੇ ਹੈ ਉਹ ਆਪਣਾ ਪੁਆਇੰਟ ਸ਼ੇਅਰ ਕਰਦੇ ਹੈ ਔਰ ਇਹ ਤੁਸੀਂ ਆਪਣੇ ਬੱਚਿਆਂ ਨੂੰ ਓਪਨ ਐਂਡਡ ਕੁਐਸਚਨ ਜਿੰਨੇ ਜ਼ਿਆਦਾ ਹੋ ਸਕੇ ਉਹ ਕਲਾਸ ਵਿੱਚ ਦੋ ਐਂਡ ਦੇ ਹੈਲਪ देयर ਟੂ ਡਿਵੈਲਪ देयर ਕ੍ਰੀਏਟੀਵਿਟੀ ਐਂਡ ਕ੍ਰਿਟੀਕਲ ਥਿੰਕਿੰਗ ਐਂਡ ਕੋਲੈਬੋਰੇਸ਼ਨ ਐਂਡ ਇੱਕ ਦੂਜੇ ਦੇ ਵਿਊਜ਼ ਨੂੰ ਰਿਸਪੈਕਟ ਕਰਨਾ ਵੀ ਸਿੱਖਦੇ ਆ। ਕਿੱਦਾਂ ਅਸੀਂ ਇੱਕ ਕੋਲੈਬੋਰੇਟਿਵ এনवायरमेंट ਵਿੱਚ ਕਿੱਦਾਂ ਕੰਮ ਕਰਨਾ ਹੈ, ਕਿੱਦਾਂ ਇੱਕ ਦੂਜੇ ਦੇ ਵਿਊਜ਼ ਨੂੰ ਆਪਾਂ ਰਿਸਪੈਕਟ ਕਰਨੀ ਹੈ। ਸਿਰਫ ਇਹ ਨਹੀਂ ਕਿ ਵਟਐਵਰ ਆਈ ਐਮ ਸੇਇੰਗ ਇਜ਼ ਰਾਈਟ ਤੇ ਬਾਕੀ ਜਿਹਨੇ ਜੋ ਕਿਹਾ ਸਭ ਗਲਤ ਹੋ ਜੀ, ਤੁਹਾਡਾ ਗੱਲ ਹੀ ਨਹੀਂ ਮੰਨੀ। ਤੇ ਇਹੀ ਡਿਜੀਟਲ ਸਿਟੀਜ਼ਨਸ਼ਿਪ ਹੈ ਜੋ ਆਪਾਂ ਕਲਾਸ ਵਿੱਚ ਵੀ ਸਮਝਾਉਂਦੇ ਆ ਤੇ ਐਨ ਐਕਟੀਵਿਟੀਜ਼ ਦੇ ਰਾਹੀਂ ਵੀ ਸਮਝਾ ਸਕਦੇ ਆ। ਐਬਸੋਲੂਟਲੀ ਮੈਮ, ਬਹੁਤ ਅੱਛੇ ਤਰੀਕੇ ਨਾਲ ਤੁਸੀਂ ਕਿਹਾ। ਮੈਂ ਇਹਨੂੰ ਹੋਰ ਜ਼ਿਆਦਾ ਅੱਗੇ ਡਿਟੇਲਸ ਨਹੀਂ ਜਾਂਦੀ, ਮੈਂ ਹੋਰ ਨਵੀਂ ਸਟ੍ਰੈਟਜੀ ਵੀ ਦੱਸਣੀ ਹੈ ਸਭ ਨੂੰ। ਇਹ ਜਿਸ ਤਰੀਕੇ ਨਾਲ ਤੁਸੀਂ ਇੱਥੇ ਸਕਰੀਨ ਤੇ ਸਾਹਮਣੇ ਦੇਖ ਪਾ ਰਹੇ ਹੋ
ਕਿ ਅਗਰ ਮੈਂ ਆਪਣੀ ਕਲਾਸ ਵਿੱਚ ਸਾਇੰਸ ਪੜ੍ਹਾ ਰਹੀ ਹਾਂ ਤੇ ਮੈਂ ਆਪਣੇ ਬੱਚਿਆਂ ਨੂੰ ਕਿਹਾ ਹੈ ਕਿ ਅੱਜ ਅਸੀਂ ਅਲੱਗ-ਅਲੱਗ ਫੁੱਲਾਂ ਦੇ ਬਾਰੇ ਗੱਲ ਕਰਾਂਗੇ ਔਰ ਉਹਨਾਂ ਦੇ ਪੱਤਿਆਂ ਦੀ ਵਿਨੇਸ਼ਨ ਕੀ ਹੁੰਦੀ ਹੈ। ਸਾਇੰਸ ਵਿੱਚ ਸਾਰੇ ਬੱਚਿਆਂ ਨੂੰ ਅਸੀਂ ਸਮਝਾਉਂਦੇ ਹਾਂ ਰੈਟੀਕੂਲਰ ਹੈ, ਸਮਾਨਾਂਤਰ ਹੈ, ਕਿਸ ਤਰੀਕੇ ਦੀ ਵਿਨੇਸ਼ਨ ਹੈ, ਤੇ ਉਸ ਤਰੀਕੇ ਦੇ ਨਾਲ ਵੀ ਅਸੀਂ ਬੱਚਿਆਂ ਨੂੰ ਜਿਹੜਾ ਹੈ ਬੱਚੇ ਟੌਪਿਕ ਸਿਲੈਕਟ ਕਰਨਗੇ ਤੇ ਆਪਣਾ ਆਪਣੇ ਗਰੁੱਪ ਦੇ ਵਿੱਚ ਚਲੇ ਜਾਣਗੇ ਕਿ ਮੈਂ ਇਸ ਫਲਾਰ ਦੇ ਬਾਰੇ ਵਿੱਚ ਐਕਸਪਲੇਨ ਕਰਨਾ ਹੈ, ਮੈਂ ਦੂਸਰੇ ਫਲਾਰ ਦੇ ਬਾਰੇ ਵਿੱਚ ਐਕਸਪਲੇਨ ਕਰਨਾ ਹੈ। ਤੇ ਦੇਖੋ ਜਿਵੇਂ ਤੁਹਾਨੂੰ ਹੁਣ ਸਕਰੀਨ ਤੇ ਨਜ਼ਰ ਆ ਰਿਹਾ ਹੈ, ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਹੈ ਕਿਸੇ ਵੀ ਸਬਜੈਕਟ ਦੇ ਵਿੱਚ ਇਹ ਕਰ ਸਕਦੇ ਹਾਂ। This is not a particular subject related activity. In any subject you can use this strategy. ਮੈਂ ਤੁਹਾਨੂੰ ਦੱਸਿਆ ਕਿ ਜਨਰਲ ਅਗਰ ਤੁਹਾਡਾ ਕੋਈ ਡਿਸਕਸ਼ਨ ਹੈ, ਸੋਸ਼ਲ ਸਾਇੰਸ ਵਿੱਚ ਹੈ, ਸਾਇੰਸ ਵਿੱਚ ਹੈ, ਤੁਸੀਂ ਮੈਥਸ ਵਿੱਚ ਬੱਚਿਆਂ ਨੂੰ ਕੋਈ ਟੌਪਿਕ ਦੇਣਾ ਹੈ, ਤੁਸੀਂ ਬੱਚਿਆਂ ਨੂੰ ਕਿਸੇ ਵੀ ਹੋਰ ਟੌਪਿਕ ਵਿੱਚ ਕਰਨਾ ਹੈ, ਤੇ ਆਪਾਂ ਸਾਇੰਸ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਇਹ ਸਟ੍ਰੈਟਜੀ ਹੈ ਤੇ ਬੱਚੇ ਫਿਰ ਉਸ ਦੇ ਬਾਰੇ ਡਿਸਕਸ ਕਰ ਸਕਦੇ ਹਨ। ਔਰ ਜਿਸ ਤਰੀਕੇ ਨਾਲ ਕਿ ਤੁਹਾਨੂੰ ਹੁਣ ਇੱਥੇ ਪਿਕਚਰ 'ਚ ਨਜ਼ਰ ਆ ਰਿਹਾ ਹੈ, ਸਪੋਜ਼ ਜਦੋਂ ਤੁਸੀਂ ਬੱਚਿਆਂ ਨੂੰ ਕਹੋਗੇ ਡਿਫਰੈਂਟ ਗਰੁੱਪ ਵਿੱਚ ਜਾਓ ਔਰ ਅਗਰ ਇੱਕ ਗਰੁੱਪ ਦੇ ਵਿੱਚ ਇਕੱਲਾ ਇੱਕ ਹੀ ਬੱਚਾ ਹੈ ਤਾਂ ਉਹ ਟੀਚਰ ਉਸ ਗਰੁੱਪ ਦਾ ਹਿੱਸਾ ਬਣ ਜਾਏਗਾ ਅਤੇ ਉਹ ਡਿਸਕਸ਼ਨ ਬੱਚੇ ਦੀ ਉਸ ਟੀਚਰ ਦੇ ਨਾਲ ਹੋਏਗੀ। ਆਈ ਮੀਨ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਕਿ ਇੱਕ ਬੱਚੇ ਨੂੰ ਇਕੱਲੇ ਨਹੀਂ ਰਹਿਣ ਦੇਣਾ ਗਰੁੱਪ ਵਿੱਚ, ਬਿਕੋਜ਼ ਹਰ ਇੱਕ ਦਾ ਆਪਣਾ ਥਿੰਕਿੰਗ ਹੈ, ਹਰ ਇੱਕ ਦਾ ਆਪਣਾ ਵਿਚਾਰ ਹੈ, ਤੇ ਉਹ ਅਕੋਰਡਿੰਗਲੀ ਅਗਰੀ ਡਿਸਅਗਰੀ ਜਾਂ ਤਾਂ ਇਹ ਵਾਲੀ ਆਪਸ਼ਨ ਸੀ ਜਾਂ ਤੁਸੀਂ ਬੱਚਿਆਂ ਨੂੰ ਇਸ ਤਰੀਕੇ ਦੀ ਆਪਸ਼ਨ ਦੇ ਸਕਦੇ ਹੋ ਕਿ ਆਪਣਾ ਟੌਪਿਕ ਚੂਜ਼ ਕਰਕੇ ਔਰ ਉਸ ਦੇ ਬਾਰੇ ਤੁਸੀਂ ਕਲਾਸ ਵਿੱਚ ਡਿਸਕਸ ਕਰਨਾ ਹੈ। ਅਗਲੀ ਸਟ੍ਰੈਟਜੀ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇਹ ਹੈ CEO ਸਟ੍ਰੈਟਜੀ। CEO ਸਟ੍ਰੈਟਜੀ ਵੈਸੇ ਤਾਂ ਸਾਰੇ ਕਹਿੰਦੇ ਚੀਫ ਐਗਜ਼ੈਕਟਿਵ ਆਫਿਸਰ, as I am the chief executive officer of my company that is mentoring the mentors, जैसे कि नरजीत कौर मैम ने शुरू ਵਿੱਚ ਵੀ ਕਿਹਾ, I just share my learning strategies, teaching strategies with all of you। ਇਸ ਤਰੀਕੇ ਨਾਲ ਹੁਣ ਅੱਜ ਅਸੀਂ ਪੜ੍ਹਨਾ ਹੈ CEO ਸਟ੍ਰੈਟਜੀ। ਅਸੀਂ ਸਾਰੇ ਆਪਣੇ ਆਪਣੀ ਕਲਾਸ ਤੇ ਆਪਣੇ ਆਪਣੇ ਟੀਚਿੰਗ ਦੇ ਅਧਿਆਪਨ ਦੇ ਅਸੀਂ CEO ਹੈ ਤੇ ਅਸੀਂ ਬੱਚਿਆਂ ਨੂੰ ਕਿਹੜੀਆਂ ਸਟ੍ਰੈਟਜੀਜ਼ ਦੇ ਥਰੂ ਪੜ੍ਹਾਉਣਾ ਹੈ ਉਹ ਅਸੀਂ ਸੋਚਣਾ ਹੈ। ਤੇ ਇਹ ਵਾਲੀ ਜਿਹੜੀ ਸਟ੍ਰੈਟਜੀ ਹੈ ਇਹ ਹੈ ਕਮਿਟ। C stands for commit, E stands for explain, O stands for observe, and SE is scientific explanation। ਅਸੀਂ ਕਲਾਸ ਦੇ ਵਿੱਚ ਬੱਚਿਆਂ ਨੂੰ ਕੋਈ ਕੁਐਸਚਨ ਪੁੱਛਿਆ, ਅਸੀਂ ਬੱਚਿਆਂ ਨੂੰ ਪੁੱਛਿਆ ਕਿ ਇਹ ਇੱਕ ਕੁਐਸਚਨ ਹੈ ਓਪਨ ਐਂਡਡ ਕੁਐਸਚਨ, ਤੁਸੀਂ ਇਹਦਾ ਆਪਣਾ ਆਨਸਰ ਦਿਓ ਜਾਂ ਅਸੀਂ ਆਪਸ਼ਨਸ ਵੀ ਦੇ ਸਕਦੇ ਹਾਂ। ਸਪੋਜ਼ ਬੱਚਿਆਂ ਨੇ ਆਪਣਾ ਆਨਸਰ ਉਹ ਚੂਜ਼ ਕਰ ਲਿਆ, C ਯਾਨੀ ਕਮਿਟ। ਬੱਚਿਆਂ ਨੇ ਉਸ ਚੀਜ਼ ਨੂੰ ਕਮਿਟ ਕਰ ਲਿੱਤਾ ਕਿ ਇਹ ਸਾਡਾ ਆਨਸਰ ਹੈ। ਉਸ ਤੋਂ ਬਾਅਦ ਵਿੱਚ ਅਸੀਂ ਬੱਚਿਆਂ ਨੂੰ ਕਵਾਂਗੇ ਕਿ ਤੁਸੀਂ ਇਹਦੀ ਐਕਸਪਲੇਨੇਸ਼ਨ ਦਿਓ। ਜੋ ਤੁਸੀਂ ਇੱਕ ਆਨਸਰ ਚੂਜ਼ ਕੀਤਾ ਹੈ ਦੇ ਹੈਵ ਟੂ ਐਕਸਪਲੇਨ ਕਿ ਵਾਈ। ਮਲਟੀਪਲ ਚੋਇਸ ਕੁਐਸਚਨ ਹੁੰਦੇ, ਬੱਚੇ ਉਹਦੇ ਵਿੱਚ ਆਪਣੀ ਐਕਸਪਲੇਨੇਸ਼ਨ ਦਿੰਦੇ ਕਿ ਵਾਈ ਦੇ ਹੈਵ ਚੋਜ਼ਨ ਅ ਪਾਰਟਿਕੂਲਰ ਆਪਸ਼ਨ। ਐਕਸਪਲੇਨ। ਉਸ ਤੋਂ ਬਾਅਦ ਵਿੱਚ ਅਸੀਂ ਉਹਨਾਂ ਨੂੰ ਕਵਾਂਗੇ ਦੇ ਹੈਵ ਟੂ ਆਬਜ਼ਰਵ ਕਿ ਇਹਨੂੰ ਐਕਸਪੈਰੀਮੈਂਟਲੀ ਕਰਕੇ ਦੇਖੋ ਜਾਂ ਫਿਰ ਤੁਸੀਂ ਰਿਸਰਚ ਕਰੋ ਐਂਡ ਦੈਨ ਯੂ ਰਿਵਾਈਜ਼ ਯੋਰ ਆਨਸਰ। ਹੋ ਸਕਦਾ ਹੈ ਆਬਜ਼ਰਵ ਕਰਨ ਤੋਂ ਬਾਅਦ, ਐਕਸਪੈਰੀਮੈਂਟ ਕਰਨ ਤੋਂ ਬਾਅਦ, ਰਿਸਰਚ ਕਰਨ ਤੋਂ ਬਾਅਦ ਹੋ ਸਕਦਾ ਹੈ ਉਹਨਾਂ ਦਾ ਆਨਸਰ ਬਦਲ ਜਾਏ, ਹੋ ਸਕਦਾ ਉਹਨਾਂ ਦਾ ਆਨਸਰ ਸੇਮ ਰਹੇ ਪਰ ਐਕਸਪਲੇਨੇਸ਼ਨ ਯਾਨੀ ਕਿ ਤਰਕ ਜੋ ਦੇ ਰਹੇ ਹੈ ਉਹ ਬਦਲ ਜਾਏ। ਤੇ ਇਸ ਤਰੀਕੇ ਦੇ ਨਾਲ ਇਹ ਸਟ੍ਰੈਟਜੀ ਜਿਹੜੀ ਹੈ ਬੇਸਿਕਲੀ ਅਸੀਂ ਬੱਚਿਆਂ ਦੇ ਵਿੱਚ ਉਹਨਾਂ ਦੇ ਸਾਇੰਟਿਫਿਕ ਸਕਿੱਲਸ ਜੋ ਹੈ ਉਹਨੂੰ ਡਿਵੈਲਪ ਕਰਨ ਵਾਸਤੇ ਯੂਜ਼ ਕਰਦੇ ਹਾਂ। ਇਹਦੇ ਨਾਲ ਕੀ ਹੁੰਦਾ ਹੈ, ਬੱਚਿਆਂ ਦੀ ਜਿਹੜੀ ਥਿੰਕਿੰਗ ਹੈ ਉਹ ਡਿਵੈਲਪ ਹੁੰਦੀ ਹੈ, ਬੱਚੇ ਸੋਚਦੇ ਹੈ ਔਰ ਬੱਚੇ ਇਸ ਚੀਜ਼ ਨੂੰ ਐਕਸੈਪਟ ਕਰਦੇ ਹੈ ਕਿ ਜ਼ਰੂਰੀ ਨਹੀਂ ਹੈ ਕਿ ਜੋ ਮੈਂ ਪਹਿਲਾਂ ਆਨਸਰ ਦੱਸਿਆ ਸੀ ਉਹੀ ਮੇਰਾ ਆਨਸਰ ਸਹੀ ਹੈ, ਠੀਕ ਹੈ, ਜੋ ਮੈਂ ਅੱਗੇ ਪਹਿਲੇ ਤਰਕ ਦਿੱਤਾ ਸੀ ਉਹੀ ਸਹੀ ਹੈ। ਉਹ ਖੁਦ ਜਦੋਂ ਐਕਸਪੈਰੀਮੈਂਟ ਕਰਕੇ ਦੇਖਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਤਰਕ ਨੂੰ ਰਿਵਾਈਜ਼ ਵੀ ਕਰ ਸਕਦੇ ਹਾਂ। ਜਿਸ ਤਰੀਕੇ ਨਾਲ ਤੁਹਾਨੂੰ ਇੱਕ ਇੱਥੇ ਉਦਾਹਰਨ ਦੇ ਕੇ ਸਮਝਾਉਣੀ ਹੈ ਕਿ ਅਗਰ ਮੈਂ ਬੱਚਿਆਂ ਨੂੰ ਇਹ ਕਹਾਂ ਕਿ ਜਦੋਂ ਕੋਈ ਵੀ ਪਦਾਰਥ ਹੈ ਉਹਦੀ ਸਟੇਟ ਚੇਂਜ ਹੁੰਦੀ ਹੈ, ਅਵਸਥਾ ਬਦਲਦੀ ਹੈ, ਯਾਨੀ ਕਿ ਉਹ ਸੋਲਿਡ ਤੋਂ ਲਿਕੁਇਡ, ਲਿਕੁਇਡ ਤੋਂ ਗੈਸ, ਯਾਨੀ ਠੋਸ ਤੋਂ ਤਰਲ ਤੇ ਤਰਲ ਤੋਂ ਠੋਸ ਅਵਸਥਾ ਜਦੋਂ ਅਸੀਂ ਚੇਂਜ ਕਰਦੇ ਹਾਂ ਤੇ ਅਗਰ ਮੈਂ ਉਹਨਾਂ ਨੂੰ ਇੱਕ ਕੁਐਸਚਨ ਕੀਤਾ ਹੈ ਕਿ ਜਦੋਂ ਸਟੇਟ ਜਾਂ ਅਵਸਥਾ ਬਦਲਦੀ ਹੈ
ਤਾਂ ਉਦੋਂ ਕੀ ਹੁੰਦਾ ਹੈ ਕਿ ਕੀ ਉਹਨਾਂ ਦੇ ਭਾਰ ਦੇ ਵਿੱਚ ਕੋਈ ਤਬਦੀਲੀ ਆਂਦੀ ਹੈ ਜਾਂ ਨਹੀਂ ਆਂਦੀ ਹੈ। ਹੋ ਸਕਦਾ ਹੈ ਕੁਝ ਬੱਚੇ ਕਹਿਣ ਕਿ ਤਬਦੀਲੀ ਆਂਦੀ ਹੈ, ਹੋ ਸਕਦਾ ਹੈ ਕੁਝ ਬੱਚੇ ਕਹਿਣ ਤਬਦੀਲੀ ਨਹੀਂ ਆਂਦੀ ਹੈ, ਰਾਈਟ। ਤੇ ਇਹ ਆਪਣੀ ਆਪਣੀ ਐਕਸਪਲੇਨੇਸ਼ਨ ਦੇਣਗੇ। ਫਿਰ ਉਸ ਤੋਂ ਬਾਅਦ ਵਿੱਚ ਅਸੀਂ ਬੱਚਿਆਂ ਨੂੰ ਇੱਕ ਐਕਸਪੈਰੀਮੈਂਟ ਕਰਨ ਵਾਸਤੇ ਕਹਿ ਸਕਦੇ ਹਾਂ ਕਿ ਚਲੋ ਤੁਸੀਂ ਇੱਕ ਜ਼ਿਪ ਲੌਕ ਬੈਗ ਲੈ ਕੇ ਉਹਦੇ ਵਿੱਚ ਬਰਫ਼ ਦੇ ਕੁਝ ਟੁਕੜੇ ਪਾਓ ਔਰ ਉਹਦਾ weight ਚੈੱਕ ਕਰੋ ਕਿੰਨਾ ਹੈ। ਜਦੋਂ ਉਹ ਮੈਲਟ ਹੋ ਜਾਏਗੀ, ਪਿਘਲ ਜਾਏਗੀ, ਤਰਲ ਅਵਸਥਾ ਵਿੱਚ ਆ ਜਾਏਗਾ, ਪਾਣੀ ਹੋ ਜਾਏਗਾ, ਉਹਦਾ ਫਿਰ ਭਾਰ ਚੈੱਕ ਕਰੋ ਕਿੰਨਾ ਹੈ। ਤਾਂ ਫਿਰ ਬੱਚਿਆਂ ਨੂੰ ਕਲੈਰਿਟੀ ਹੋ ਜਾਏਗੀ ਕਿ ਇਹਦੇ ਵਿੱਚ ਤਬਦੀਲੀ ਆਂਦੀ ਹੈ ਕਿ ਨਹੀਂ ਆਂਦੀ। ਤਾਂ ਫਿਰ ਉਸ ਤੋਂ ਬਾਅਦ ਜਿਹੜਾ ਬੱਚਾ ਤਰਕ ਦੇਗਾ ਉਹ ਹੋਏਗਾ ਬੱਚੇ ਦੀ ਸਾਇੰਟਿਫਿਕ ਐਕਸਪਲੇਨੇਸ਼ਨ। ਤਾਂ ਇਹ ਸੀ ਸਾਡੀ CEO ਸਟ੍ਰੈਟਜੀ ਸੇ ਸਾਇੰਟਿਫਿਕ ਐਕਸਪਲੇਨੇਸ਼ਨ ਡਿਵੈਲਪ ਕਰਨ ਵਾਸਤੇ। ਹੁਣ ਸਾਡੀ ਅਗਲੀ ਸਟ੍ਰੈਟਜੀ ਹੈ 1+ ਸਟ੍ਰੈਟਜੀ। 1+ ਸਟ੍ਰੈਟਜੀ ਇਹਨੂੰ ਕਿਸ ਤਰੀਕੇ ਨਾਲ ਅਸੀਂ ਯੂਜ਼ ਕਰ ਸਕਦੇ ਹਾਂ ਆਪਣੇ ਕਲਾਸ ਵਿੱਚ, ਕਿ ਇਹਦੇ ਵਾਸਤੇ ਅਸੀਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਜਾਂ ਤਾਂ ਅਸੀਂ ਉਹਨਾਂ ਨੂੰ ਕੋਈ ਟੈਕਸਟ ਪੜ੍ਹਨ ਵਾਸਤੇ ਦੇ ਸਕਦੇ ਹਾਂ ਜਾਂ ਉਹਨਾਂ ਨੂੰ ਅਸੀਂ ਕੋਈ ਵੀਡੀਓ ਦੇਖਣ ਵਾਸਤੇ ਦੇ ਸਕਦੇ ਹਾਂ। ਆਪਣੀ ਕਲਾਸ ਵਿੱਚ ਆਨਲਾਈਨ ਕਲਾਸ ਹੈ ਤੱਕ ਵੀਡੀਓ ਦਿਖਾ ਸਕਦੇ ਹਾਂ, ਪ੍ਰੈਜੈਂਟੇਸ਼ਨ ਦਿਖਾ ਸਕਦੇ ਹਾਂ, ਜਾਂ ऑलरेडी क्लास च कोई लेक्चर है, उन्होंने ऑडियो किसी पॉडकास्ट के थ्रू लेक्चर ਨੂੰ ਸੁਣਿਆ ਹੈ, ਕੋਈ ਕਹਾਣੀ ਸੁਣਾਈ ਹੈ ਕਲਾਸ ਵਿੱਚ। ਮਤਲਬ ਬੱਚਿਆਂ ਨੂੰ ਅਸੀਂ ਕੋਈ ਇਨਫੋਰਮੇਸ਼ਨ ਪ੍ਰੋਪਰ ਪ੍ਰੋਵਾਈਡ ਕੀਤੀ ਹੈ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਬੱਚਿਆਂ ਨੇ ਸੁਣਿਆ ਹੈ, ਚਾਹੇ ਉਹ ਦੇਖਿਆ ਹੈ, ਚਾਹੇ ਉਹ ਪੜ੍ਹਿਆ ਹੈ। ਠੀਕ ਹੈ, ਦੇਖੋ ਕਿ ਜਿਸ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਪਹਿਲਾਂ ਹੁਣ ਸਕਰੀਨ ਤੇ ਕੁਝ ਇਸ ਪਿਕਚਰਸ ਨਜ਼ਰ ਆ ਰਿਹਾ ਹੈ ਕਿ ਬੱਚਿਆਂ ਨੂੰ ਅਸੀਂ ਕਲਾਸ ਵਿੱਚ ਵੀਡੀਓ ਦਿਖਾ ਰਹੇ ਹਾਂ। ਬੱਚੇ ਅੱਛੇ ਤਰੀਕੇ ਨਾਲ ਵੀਡੀਓ ਦੇਖ ਰਹੇ ਹੈ। ਬੱਚਿਆਂ ਦੇ ਕੋਲ ਨਿਊਜ਼ਪੇਪਰ ਵੀ ਪਿਆ ਹੋਇਆ ਹੈ, ਅਖਬਾਰ ਵੀ ਬੱਚਾ ਪੜ੍ਹ ਸਕਦਾ ਹੈ, ਉਹਦੇ ਵਿੱਚੋਂ ਬੱਚਿਆਂ ਨੂੰ ਕੋਈ ਅਸੀਂ ਇਨਫੋਰਮੇਸ਼ਨ ਦੇ ਸਕਦੇ ਹਾਂ। ਜਾਂ ਬੱਚਿਆਂ ਨੇ ਆਪਣੀ ਖੁਦ ਦੀ ਬਣਾਈ ਹੋਈ ਕੋਈ ਪ੍ਰੈਜੈਂਟੇਸ਼ਨ ਹੈ, ਬੱਚੇ ਉਹਨੂੰ ਪ੍ਰੈਜ਼ੈਂਟ ਕਰ ਸਕਦੇ ਹੈ। ਜਾਂ ਤੁਸੀਂ ਖੁਦ ਕਲਾਸ ਵਿੱਚ ਅਗਰ ਕੁਝ ਡੈਮੋਨਸਟ੍ਰੇਟ ਕਰ ਰਹੇ ਹੋ ਤਾਂ ਤੁਹਾਡਾ ਉਹ ਵੀ ਇੱਕ ਤੁਸੀਂ ਬੱਚਿਆਂ ਨੂੰ ਕੁਝ ਡੈਮੋਨਸਟ੍ਰੇਟ ਕਰਕੇ ਦਿਖਾ ਸਕਦੇ ਹੋ। ਇਟ ਕੈਨ ਬੀ ਐਨੀ ਹੈਂਡਸ ਔਨ ਐਕਟੀਵਿਟੀ, ਜਾਂ ਉਸ ਤੋਂ ਬਾਅਦ ਕੋਈ ਪ੍ਰੈਜੈਂਟੇਸ਼ਨ ਡਿਸਕਸ਼ਨ ਹੈ ਤੁਹਾਡਾ ਕਲਾਸ ਵਿੱਚ। ਉਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ, ਉਹਨਾਂ ਦੀ ਜਿਹੜੀ ਵਰਕਿੰਗ ਮੈਮਰੀ ਹੈ ਉਹਨੂੰ ਉਸਦੀ ਯਾਦਦਾਸ਼ਤ ਤੋਂ ਕੰਮ ਲੈਂਦੇ ਹੋਏ ਤੁਸੀਂ ਉਹਨਾਂ ਨੂੰ ਕਹਿਣਾ ਹੈ ਕਿ ਇਹਦੀਆਂ ਕੀ ਡਿਟੇਲਸ, ਇਹਦੇ ਫੈਕਟਸ, ਆਈਡੀਆਸ ਉਹ ਯਾਦ ਰੱਖਣਗੇ, ਉਹ ਯਾਦ ਕਰਨਗੇ। ਦੇ ਡੋਂਟ ਹੈਵ ਟੂ ਨੋਟ ਇਟ ਡਾਊਨ। ਜਦੋਂ ਪ੍ਰੈਜੈਂਟੇਸ਼ਨ ਦੇਖ ਰਹੇ ਹੈ ਉਹਨਾਂ ਨੇ ਕਾਗਜ਼ ਦੇ ਉੱਪਰ, ਆਪਣੀ ਕਾਪੀ ਦੇ ਉੱਪਰ ਕੁਝ ਲਿਖਣਾ ਨਹੀਂ ਹੈ। ਉਹ ਸਟੋਰੀ ਪੜ੍ਹ ਰਹੇ ਤਾਂ ਉਹਨਾਂ ਦਾ ਪੂਰਾ ਧਿਆਨ ਸਟੋਰੀ ਵਿੱਚ ਹੈ। ਠੀਕ ਹੈ, ਇਹਦੇ ਨਾਲ ਅਸੀਂ ਚਾਹੁੰਦੇ ਕਿ ਬੱਚਾ ਪ੍ਰੋਪਰ ਪੂਰੇ ਤਰੀਕੇ ਨਾਲ ਕਨਸੈਂਟਰੇਟ ਕਰੇ ਕਿ ਵਾਟ ਇਜ਼ ਅ ਟੀਚਰ ਟੀਚਿੰਗ ਇਨ ਅ ਕਲਾਸਰੂਮ। ਇਹ ਨਹੀਂ ਹੈ ਕਿ ਬੱਚੇ ਦਾ ਸਿਰਫ ਲਿਖਣ ਵਿੱਚ ਹੀ ਧਿਆਨ ਹੈ। ਨੋਟ ਟੇਕਿੰਗ ਸਟ੍ਰੈਟਜੀ ਹੈ ਇਹ, ਕਿ ਜਿਸ ਤਰੀਕੇ ਨਾਲ ਬੱਚੇ ਨੋਟਸ ਬਣਾਉਂਦੇ ਹੈ। ਆਮ ਤੌਰ ਤੇ ਕੀ ਹੁੰਦਾ ਹੈ, ਅਗਰ ਕਲਾਸ ਵਿੱਚ ਮੈਂ ਪੜ੍ਹਾ ਰਹੀ ਹਾਂ ਤੇ ਬੱਚੇ ਕੀ ਕਰਦੇ ਹੈ, ਕਾਗਜ਼ ਲੈ ਕੇ, ਪੇਪਰ ਲੈ ਕੇ ਸਿਰਫ ਲਿਖਦੇ ਰਹਿੰਦੇ ਹੈ। ਉਹਨਾਂ ਦਾ ਧਿਆਨ ਨੋਟਸ ਬਣਾਉਣ ਵੱਲ ਹੁੰਦਾ ਹੈ, ਉਹ ਇਹ ਨਹੀਂ ਸਮਝ ਰਹੇ ਕਿ ਟੀਚਰ ਕੀ ਸਮਝਾ ਰਿਹਾ ਹੈ। ਤੇ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਇਹ ਕਹਿੰਦੇ ਹਾਂ ਕਿ ਉਹਨਾਂ ਨੇ ਸਿਰਫ ਸੁਣਨਾ ਹੈ ਚੰਗੇ ਤਰੀਕੇ ਨਾਲ ਔਰ ਆਪਣੀ ਯਾਦਦਾਸ਼ਤ ਤੋਂ ਕੰਮ ਲੈਂਦੇ ਹੋਏ ਬਾਅਦ ਵਿੱਚ ਪੁਆਇੰਟਸ ਨੋਟ ਕਰਨੇ ਹੈ। ਬਾਅਦ ਵਿੱਚ ਤੁਸੀਂ ਬੱਚਿਆਂ ਨੂੰ ਇੰਡੀਵਿਜੂਅਲੀ ਪੁਆਇੰਟ ਲਿਖਣ ਵਾਸਤੇ ਕਹਿ ਸਕਦੇ ਹੋ ਔਰ ਫਿਰ ਆਪਣੇ ਗਰੁੱਪ ਦੇ ਵਿੱਚ ਉਹ ਪੁਆਇੰਟ ਸ਼ੇਅਰ ਕਰ ਸਕਦੇ ਹੈ। ਥਿੰਕ ਪੇਅਰ ਸ਼ੇਅਰ ਸਟ੍ਰੈਟਜੀ अपना सकते हैं। और जिस तरह की ग्रुप है, ग्रुप ਦੇ ਵਿੱਚ ਬੱਚੇ 4-4 ਦੇ ਗਰੁੱਪ ਹੈ, ਬੱਚੇ ਬੈਠੇ ਹੋਏ ਨੇ, ਇੱਕ ਬੱਚੇ ਨੇ ਕੁਝ ਪੁਆਇੰਟ ਲਿਖਿਆ ਹੈ ਜਿੰਨੇ ਉਹਨੂੰ ਆਂਦੇ ਹੈ, ਉਹ ਬੱਚਾ ਪੁਆਇੰਟ ਕਰਕੇ ਆਪਣੇ ਅਗਲੇ ਬੱਚੇ ਨੂੰ ਫੜਾ ਦਿੰਦਾ ਹੈ, ਉਹ ਵਿੱਚ ਕੁਝ ਹੋਰ ਪੁਆਇੰਟ ਐਡ ਕਰ ਦਿੰਦਾ ਹੈ, ਦੂਸਰਾ ਬੱਚਾ ਪੁਆਇੰਟ ਐਡ ਕਰ ਦਿੰਦਾ, ਫਿਰ ਐਡ ਕਰ ਦਿੰਦਾ ਪੁਆਇੰਟ। ਇਸ ਤਰੀਕੇ ਨਾਲ 1+ ਸਟ੍ਰੈਟਜੀ ਮਤਲਬ ਇਹ ਕਿ ਜੋ ਤੁਸੀਂ ਪੁਆਇੰਟ ਲਿਖੇ ਨੇ ਉਹ ਪੇਪਰ ਤੁਸੀਂ ਦੂਸਰੇ ਬੱਚੇ ਨੂੰ ਪਾਸ ਕਰਦੇ ਹੋ ਔਰ ਤੁਹਾਡੇ ਕੋਲ ਦੂਸਰਾ ਹੋਰ ਪੇਪਰ ਆ ਜਾਂਦਾ ਹੈ। ਤੁਸੀਂ ਉਸ ਵਿੱਚ ਪੜ੍ਹਦੇ ਹੋ ਵਾਟ ਆਲ ਪੁਆਇੰਟਸ ਆਰ ਰਿਟਨ ਐਂਡ ਦੈਨ ਉਹਦੇ ਵਿੱਚ ਕੁਝ ਜੋ ਪੁਆਇੰਟ ਘੱਟ ਹੈਗੇ ਤੁਹਾਨੂੰ ਯਾਦ ਆ ਰਹੇ, ਤੁਸੀਂ ਉਹ 'ਚ ਹੋਰ ਪੁਆਇੰਟ ਐਡ ਕਰਦੇ ਹੋ। ਔਰ ਇਹਦੇ ਵਿੱਚ ਤੁਸੀਂ ਕੋਈ ਵੀ ਤਰੀਕਾ ਅਪਣਾ ਸਕਦੇ ਹੋ, ਯਾਨੀ ਕਿ ਚਾਹੇ ਤੁਸੀਂ ਆਪਣੀ ਬੈਲ ਰੱਖੋ ਕਿ ਹਾਂ ਬੈਲ ਦੇ ਵੱਜਣ ਤੇ ਪੇਪਰ ਪਾਸ ਕਰਨਾ ਹੈ, ਜਾਂ 2 ਪੁਆਇੰਟ ਲਿਖ ਕੇ ਪੇਪਰ ਪਾਸ ਕਰਨਾ ਹੈ, ਜਾਂ ਤੁਸੀਂ ਕੁਝ ਲਾਈਟ ਮਿਊਜ਼ਿਕ ਅਗਰ ਤੁਹਾਨੂੰ ਅਲਾਉਡ ਹੈ, ਲਾਈਟ ਮਿਊਜ਼ਿਕ ਚਲਾ ਸਕਦੇ ਹੋ ਸਕੂਲ ਵਿੱਚ ਔਰ ਉਸ ਤਰੀਕੇ ਨਾਲ ਬੱਚਾ ਆਪਣੇ ਪੁਆਇੰਟਸ ਜਿਹੜਾ ਹੈ ਅੱਗੇ ਸਰਕੂਲੇਟ ਕਰਦਾ ਹੈ। ਇਟਸ ਅ ਵੈਰੀ ਵੈਰੀ ਕੋਲੈਬੋਰੇਟਿਵ ਐਕਟੀਵਿਟੀ, ਰਾਈਟ, ਕਿ ਬੱਚਿਆਂ ਨੂੰ ਲੱਗਦਾ ਹੈ ਕਿ ਨਹੀਂ ਅਸੀਂ ਦੂਸਰਿਆਂ ਨੂੰ कैसे ਕੰਟਰੀਬਿਊਟ ਕਰਨਾ ਹੈ ਔਰ ਆਪਣੀ ਜਿਹੜੀ ਯਾਦਦਾਸ਼ਤ, ਵਰਕਿੰਗ ਮੈਮਰੀ ਹੈ
ਉਹਨੂੰ ਉਹ ਡਿਵੈਲਪ ਕਰਦੇ ਨੇ ਲੌਂਗ ਟਰਮ ਮੈਮਰੀ ਵਿੱਚ। ਠੀਕ ਹੈ, ਤੇ ਇਹ ਸਟ੍ਰੈਟਜੀ ਤੁਸੀਂ ਆਪਣੀ ਕਲਾਸ ਵਿੱਚ ਯੂਜ਼ ਕਰ ਸਕਦੇ ਹੋ। ਜਿਸ ਤਰ੍ਹਾਂ ਕਿਤੇ ਸਕਰੀਨ ਤੇ ਲਿਖਿਆ ਹੈ ਕਿ ਜਿਹੜੇ ਵਿਦਿਆਰਥੀ ਹੈ ਉਹ ਆਪਣੇ ਕਾਗਜ਼ ਨੂੰ ਸਪੋਜ਼ ਖੱਬੇ ਸੱਜੇ ਜਿਸ ਤਰ੍ਹਾਂ ਵੀ ਤੁਸੀਂ ਕਰਨਾ ਚਾਹੁੰਦੇ ਹੋ, ਕਲੌਕਵਾਈਜ਼ ਔਰ ਐਂਟੀ ਕਲੌਕਵਾਈਜ਼, ਉਹ ਅੱਗੇ ਸ਼ੇਅਰ ਕਰਦੇ ਹੈ। ਬੱਚਾ ਉਸ ਪੇਪਰ ਨੂੰ ਲੈਂਦਾ, ਆਪਣੇ ਪੁਆਇੰਟ ਉੱਥੇ ਸੂਚੀ ਨੂੰ ਪੂਰੀ ਲਿਸਟ ਨੂੰ ਪੜ੍ਹਦਾ ਹੈ, ਨਵੀਂ ਚੀਜ਼ ਜੋੜ ਦਿੰਦਾ ਹੈ, ਔਰ ਇਹਨੂੰ 2-4 ਵਾਰ ਇਹ ਪ੍ਰਕਿਰਿਆ ਨੂੰ ਤੁਸੀਂ ਘੱਟੋ ਘੱਟ ਦੁਹਰਾਓ ਆਪਣੀ ਕਕਸ਼ਾ ਦੇ ਵਿੱਚ, ਆਪਣੀ ਕਲਾਸ ਦੇ ਵਿੱਚ, ਤੇ ਉਹਦੇ ਨਾਲ ਬੱਚੇ ਕਾਫੀ ਕੁਝ ਸਿੱਖਦੇ ਨੇ। ਠੀਕ ਹੈ, ਇਹ ਹੈ ਸਾਡੀ ਸਟ੍ਰੈਟਜੀ ਤੇ ਇਹਦਾ ਪਰਪਸ ਤੁਹਾਨੂੰ ਮੈਂ ਹੁਣੇ ਜਿਸ ਤਰੀਕੇ ਨਾਲ ਦੱਸਿਆ ਕਿ ਬੱਚਿਆਂ ਦੀ ਜਿਹੜੀ ਹੈ ਥਿੰਕਿੰਗ ਸਕਿੱਲਸ, ਕੋਲੈਬੋਰੇਸ਼ਨ, ਉਹਨੂੰ ਡਿਵੈਲਪ ਕਰਨਾ, ਉਹਨਾਂ ਦੀ ਮੈਮਰੀ ਤੇ ਫੋਕਸ ਕਰਨਾ, ਇਹ ਸਾਡਾ ਆਬਜੈਕਟਿਵ ਹੈ। ਔਰ ਹੁਣ ਅਸੀਂ ਚੱਲਦੇ ਹਾਂ ਇਸ ਤੋਂ ਬਾਅਦ ਅੱਗੇ ਨੈਕਸਟ ਸਟ੍ਰੈਟਜੀ। ਸੌਰੀ ਮੈਂ ਬਹੁਤ ਜਲਦੀ ਜਲਦੀ ਅੱਗੇ ਸਲਾਈਡ ਕਰਦੀ ਕਿਉਂਕਿ ਮੈਂ ਚਾਹੁੰਦੀ ਕਿ ਜਿੰਨੀਆਂ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਤੁਹਾਡੇ ਨਾਲ ਜੋ ਸਟ੍ਰੈਟਜੀਜ਼ ਹੈ ਮੈਂ ਸਾਂਝਾ ਕਰਾਂ। ਅਗਲੀ ਸਟ੍ਰੈਟਜੀ, ਅਗਰ ਤੁਹਾਨੂੰ ਕੋਈ ਹੋਰ ਸਟ੍ਰੈਟਜੀ ਪਤਾ ਪਲੀਜ਼ ਕੀਪ ਔਨ ਟਾਈਪਿੰਗ ਇਨ ਦ ਚੈਟ ਬਾਕਸ। ਅਗਲੀ ਸਟ੍ਰੈਟਜੀ ਹੈ ਬਿਊਟੀ ਐਂਡ ਟਰੂਥ ਸਟ੍ਰੈਟਜੀ, ਸੁੰਦਰਤਾ ਤੇ ਸੱਚਾਈ। ਸੁੰਦਰਤਾ ਔਰ ਸੱਚਾਈ ਇਹ ਕਿਹੜੀ ਸਟ੍ਰੈਟਜੀ ਹੈ? ਅੱਜ ਕੱਲ ਕੀ ਹੈ ਕਿ ਦੇਖੋ ਐਡ ਵਰਡ ਵਿੱਚ ਅਸੀਂ ਰਹਿੰਦੇ ਹਾਂ, ਸਭ ਕੁਝ ਅਸੀਂ ਸਕਰੀਨ ਤੇ ਦੇਖਦੇ ਹਾਂ, ਸਭ ਕੁਝ ਸਾਨੂੰ ਨਵੇਂ ਪ੍ਰੋਡਕਟਸ ਦਾ ਕਿਵੇਂ ਪਤਾ ਚੱਲਦਾ ਜਦੋਂ ਅਸੀਂ ਐਡਸ ਦੇਖਦੇ ਹਾਂ। ਔਰ ਬਹੁਤ ਸਾਰੀ ਨਿਊਜ਼ ਸਾਡੇ ਕੋਲ ਆਉਂਦੀਆਂ ਜਿਹੜੀਆਂ ਕਿ ਫੇਕ ਵੀ ਹੁੰਦੀਆਂ। ਅਸੀਂ ਬੱਚਿਆਂ ਦੇ ਵਿੱਚ ਇਹ ਸਕਿੱਲ ਡਿਵੈਲਪ ਕਰਨੀ ਹੈ ਕਿ ਉਹ ਸਿਰਫ ਸਿੱਕੇ ਦੇ ਇੱਕ ਪਹਿਲੂ ਨੂੰ ਨਾ ਦੇਖਣ, ਬਲਕਿ ਸਿੱਕੇ ਦੇ ਦੋਨੋਂ ਪਹਿਲੂ ਨੂੰ ਦੇਖਣ। ਕਿ ਸਿਰਫ ਇਹ ਤਾਂ ਨਹੀਂ ਹੈ ਕਿ ਦੂਰ ਦੇ ਢੋਲ ਸੁਹਾਵਣੇ, ਜੋ ਚੀਜ਼ ਸਿਰਫ ਸੁੰਦਰ ਲੱਗ ਰਹੀ ਸੀ ਕਿ ਉਹ ਸੱਚਾਈ ਕਿੰਨੀ ਹੈ। ਦਿਸ ਇਜ਼ ਬਿਊਟੀ ਐਂਡ ਟਰੂਥ ਸਟ੍ਰੈਟਜੀ। ਤੁਸੀਂ ਆਪਣੀ ਕਲਾਸ ਦੇ ਵਿੱਚ ਇਹ ਸਟ੍ਰੈਟਜੀ ਵੀ ਯੂਜ਼ ਕਰ ਸਕਦੇ। ਜ਼ਰੂਰੀ ਨਹੀਂ ਕਿ ਸਿਰਫ ਰੀਅਲ ਵਰਲਡ ਨਾਲ ਰਿਲੇਟਡ ਹੀ ਯੂਜ਼ ਕਰਨਾ ਹੈ, ਪਰ ਸਾਡਾ ਆਬਜੈਕਟਿਵ ਤਾਂ ਇਹ ਹੈ ਕਿ ਬੱਚਿਆਂ ਨੂੰ ਉਹਨਾਂ ਦੇ ਰੀਅਲ ਲਾਈਫ ਦੇ ਨਾਲ ਰਿਲੇਟ ਕਰਕੇ ਅਸੀਂ ਸਮਝਾਈਏ। ਫॉर एग्जाम्पल ਤੁਸੀਂ ਬੱਚਿਆਂ ਨੂੰ ਕੋਈ ਕਵਿਤਾ ਪੜ੍ਹਾ ਰਹੇ ਹੋ, ਕਿਸੇ ਵੀ ਟੌਪਿਕ ਦੀ ਉਹ ਕਵਿਤਾ ਹੈ, ਤੁਸੀਂ ਬੱਚੇ ਨੂੰ ਇਹ ਕਹਿ ਰਹੇ ਹੋ ਕਿ ਇਹ ਕਵਿਤਾ ਨੂੰ ਪੜ੍ਹ ਕੇ ਤੁਹਾਨੂੰ ਬਿਊਟੀ ਕਿੱਥੇ ਨਜ਼ਰ ਆ ਰਹੀ, ਕਿਹੜੇ ਕਿਹੜੇ ਤੁਹਾਨੂੰ ਪੁਆਇੰਟ ਜਿਹੜੇ ਆ ਬਹੁਤ ਅੱਛੇ ਲੱਗਦੇ ਪਏ, ਅਟਰੈਕਟਿਵ ਲੱਗਦੇ ਪਏ ਹੈ। ਬੱਚੇ ਹਾਂਜੀ ਨੀਨਾ ਮੈਮ ਤੁਸੀਂ ਲਿਖਿਆ ਆਲ ਦੈਟ ਗਲਿਟਰਸ ਇਜ਼ ਨਾਟ ਗੋਲਡ, ਯੈਸ ਪਰਫੈਕਟਲੀ ਵੈਲ ਸੈਡ। ਸੇ ਬੱਚਿਆਂ ਨੂੰ ਇਹ ਕਹਿਣਾ ਕਿ ਆਪਣੇ ਪੁਆਇੰਟਸ ਲਿਖਣਗੇ। ਬੱਚੇ ਆਪਣੇ ਪੁਆਇੰਟਸ ਲਿਖਦੇ ਕਿ ਉਹਨਾਂ ਨੂੰ ਕੀ ਅੱਛਾ ਲੱਗਾ, ਕੀ ਅਟਰੈਕਟਿਵ ਲੱਗਾ। ਨੈਕਸਟ ਬੱਚਿਆਂ को ਤੁਸੀਂ ਇਹ ਕੁਐਸਚਨ ਪੁੱਛਣਾ ਹੈ ਕਿ ਕੀ ਜੋ ਤੁਹਾਨੂੰ ਪੁਆਇੰਟ ਠੀਕ ਲੱਗੇ ਹੈ ਇਹਦੇ ਵਿੱਚ ਹੁਣ ਸੱਚਾਈ ਕਿੰਨੀ ਹੈ, ਕੀ ਜਿਹੜੀ ਸੁੰਦਰਤਾ ਹੈ ਉਹ ਸੱਚਾਈ ਨੂੰ ਉਭਾਰ ਰਹੀ ਹੈ ਜਾਂ ਉਹਨੂੰ ਛੁਪਾ ਰਹੀ। ਇਸ ਤਰੀਕੇ ਦੇ ਨਾਲ ਅਸੀਂ ਬੱਚਿਆਂ ਨੂੰ ਉਹਨਾਂ ਦੀ ਥਿੰਕਿੰਗ ਸਕਿੱਲਸ ਡਿਵੈਲਪ ਕਰ ਸਕਦੇ ਹਾਂ। ਬਹੁਤ ਵਾਰ ਕੀ ਹੁੰਦਾ ਹੈ, ਐਡਵਰਡ ਹੈ, ਵਿਗਿਆਪਨ ਦੇਖਦੇ ਹੈ, ਵਿਗਿਆਪਨ ਦੇ ਵਿੱਚੋਂ ਕੀ ਦੇਖਦੇ ਹੈ ਕਿ ਇਹ ਚੀਜ਼ ਬਹੁਤ ਜਲਦੀ ਫਾਸਟ ਫੂਡ 2 ਮਿੰਟਸ ਕੁਕ ਹੁੰਦੀ ਹੈ, ਨਿਊਟ੍ਰੀਸ਼ੀਅਸ ਹੈ, ਬਹੁਤ ਜ਼ਿਆਦਾ ਪੋਸ਼ਕ ਤੱਤਵ ਹੈਗੇ ਹੈ। ਠੀਕ ਹੈ, ਬੱਚੇ ਕੀ ਕਰਦੇ, ਸਾਨੂੰ ਤਾਂ ਬਸ ਇਹ ਚੀਜ਼ ਚਾਹੀਦੀ ਹੈ, ਲੈ ਕੇ ਆਓ, ਬਸ ਲੈ ਕੇ ਦਿਓ। ਅਸੀਂ ਬੱਚਿਆਂ ਨੂੰ ਇਹ ਕਹਾਂਗੇ ਕਿ ਇਹਨੂੰ ਪਹਿਲਾਂ ਪੜ੍ਹ ਕੇ ਦੇਖੋ, ਇਹਦੇ ਅੰਦਰ ਕਿੰਨੇ ਨਿਊਟ੍ਰੀਟਿਵ ਕੁਆਂਟੀਟੀ ਕਿੰਨੀ ਹੈ, ਇਹਦੀ ਪਿੱਛੇ ਪੜ੍ਹ के देखो न्यूट्रिटिव वैल्यू क्या है। वो सिर्फ सुंदर जो लग रहा है वो एक्चुअली सच्चाई किन्नी कि वो फायदेमंद है या नहीं है। इस तरीके नाल ਇਹ ਸਟ੍ਰੈਟਜੀ ਤੁਸੀਂ ਆਪਣੀ ਕਲਾਸ ਵਿੱਚ ਯੂਜ਼ ਕਰ ਸਕਦੇ ਹੋ। ਕਿਸੇ ਵੀ ਕਵਿਤਾ ਪੜ੍ਹਾਉਣ ਲੱਗੇ, ਪਾਠ ਪੜ੍ਹਾਉਣ ਲੱਗੇ ਕਿ ਪੋਇਟ ਨੇ ਕਿਸ ਤਰੀਕੇ ਨਾਲ ਆਪਣੇ ਸ਼ਬਦਾਂ ਦੇ ਜ਼ਰੀਏ ਸੱਚਾਈ ਨੂੰ ਉਭਾਰਿਆ ਹੈ ਜਾਂ ਸੱਚਾਈ ਨੂੰ ਛੁਪਾਇਆ ਹੈ, ਕਿੱਥੇ ਉਭਾਰਨ ਦੀ ਕੋਸ਼ਿਸ਼ ਕੀਤੀ ਹੈ, ਕਿੱਥੇ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰੀਕੇ ਨਾਲ ਤੁਸੀਂ ਬੱਚਿਆਂ ਦੀ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ ਉਹ ਡਿਵੈਲਪ ਕਰ ਸਕਦੇ ਹੋ। ਸੋ ਅਗਲੀ ਸਟ੍ਰੈਟਜੀ, ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਜਿਸ ਤਰ੍ਹਾਂ ਐਗਜ਼ਾਮ ਡੇਜ਼ ਆ ਰਹੇ ਹੈ ਤੇ ਰਿਵੀਜ਼ਨ ਦੇ ਕੁਝ ਤਰੀਕੇ ਬੱਚਿਆਂ ਦੇ ਨਾਲ ਸਾਂਝਾ ਕਰਨਾ ਚਾਹਨੀ ਹਾਂ ਮੈਂ ਕਿ ਜਿਹੜੇ ਤੁਸੀਂ ਆਪਣੀ ਕਲਾਸ ਵਿੱਚ ਯੂਜ਼ ਕਰ ਸਕਦੇ ਹੋ। ਸਟ੍ਰੈਟਜੀਜ਼, ਰਿਵੀਜ਼ਨ ਸਟ੍ਰੈਟਜੀਜ਼, ਜਿਤਨਾ ਕਿ ਤੁਹਾਡੀ ਰਿਵੀਜ਼ਨ ਇੰਟਰਸਟਿੰਗ ਹੋ ਜਾਏ। ਹਰ ਵਾਰ ਜ਼ਰੂਰੀ ਤਾਂ ਨਹੀਂ ਹੈ ਕਿ ਕਲਾਸ ਦੇ ਵਿੱਚ ਅਗਰ ਅਸੀਂ ਪੜ੍ਹਾਉਣਾ ਹੈ ਤੇ ਬੱਚਿਆਂ ਨੂੰ ਪੇਪਰ ਪੈਨ ਦੇਖ ਕੇ ਉਹਨਾਂ ਦਾ ਟੈਸਟ ਹੀ ਕਰਨਾ ਹੈ ਕਿ ਆ ਲਓ 10 ਕੁਐਸਚਨ ਦੇ ਕਰਕੇ ਦੇਖੋ, ਰਿਵੀਜ਼ਨ ਕਰੋ, ਪੜ੍ਹ ਕੇ ਆਓ ਤੇ ਤੁਸੀਂ ਕੁਐਸਚਨ ਸੁਣਾਓ।
ਮਤਲਬ ਜ਼ਰੂਰੀ ਤਾਂ ਨਹੀਂ ਹੈ ਇਦਾਂ ਦੇ ਬੋਰਿੰਗ ਤਰੀਕੇ ਦੇ ਨਾਲ ਹੀ ਉਹਨਾਂ ਦੀ ਰਿਵੀਜ਼ਨ ਕਰਾਣੀ ਹੈ। ਕੁਝ ਨਵੇਂ ਇਨੋਵੇਟਿਵ ਤਰੀਕੇ ਵੀ ਅਸੀਂ ਸੋਚ ਸਕਦੇ ਹਾਂ ਕਿ ਬੱਚਿਆਂ ਨੂੰ ਕਿਸ ਤਰੀਕੇ ਨਾਲ ਉਹਨਾਂ ਦੀ ਦੁਹਰਾਈ ਕਰਾਈਏ। ਐਗਜ਼ਾਮ ਆ ਗਏ, ਯੂਜੂਲੀ ਦਸੰਬਰ ਜਨਵਰੀ ਚ ਸਾਡਾ ਸਿਲੇਬਸ ਖਤਮ ਹੋ ਜਾਂਦਾ ਹੈ ਜੋ ਵੀ ਹੈ, ਉਸ ਤੋਂ ਬਾਅਦ ਅਸੀਂ ਰਿਵੀਜ਼ਨ ਕਰਾਣੀ ਹੁੰਦੀ। ਹੁਣ 2 ਮਹੀਨੇ ਬੱਚੇ ਕਿਸ ਤਰੀਕੇ ਨਾਲ ਟੈਸਟ ਦੇ ਜਾਣ, ਰਿਵੀਜ਼ਨ ਕਰੀ ਜਾਣ। ਕੁਝ ਨਵੇਂ ਤਰੀਕੇ ਹੋਣੇ ਚਾਹੀਦੇ, ਕੋਲੈਬੋਰੇਸ਼ਨ ਦੇ, ਕ੍ਰੀਏਟਿਵ ਤਰੀਕੇ। ਤੇ ਹੀਅਰ ਇੱਥੇ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਕੁਝ ਤਰੀਕੇ। ਤੁਹਾਡੇ ਨਾਲ ਸਾਹਮਣੇ ਸਕਰੀਨ ਤੇ ਹੈ ਜੈਮ ਸੈਸ਼ਨ, ਜੈਮ ਜਸਟ ਮਿੰਟ ਸਟ੍ਰੈਟਜੀਜ਼। ਤੁਸੀਂ ਕੋਈ ਵੀ ਟੌਪਿਕ ਲੈ ਕੇ ਬੱਚਿਆਂ ਨੂੰ ਕਹਿਣਾ ਹੈ ਕਿ ਇਸ ਟੌਪਿਕ ਵਾਸਤੇ ਦੇ ਉੱਪਰ ਤੁਸੀਂ 1 ਮਿੰਟ ਸਭ ਨੇ ਬੋਲਣਾ ਹੈ। ਜੈਮ 1 ਮਿੰਟ ਸਭ ਨੇ ਬੋਲਣਾ ਹੈ और ਵਿੱਚ ਰੁਕਣਾ ਨਹੀਂ ਹੈ और ਕੋਈ ਪੁਆਇੰਟ ਰਿਪੀਟ ਨਹੀਂ ਕਰਨਾ ਹੈ। ਜਦੋਂ ਪੌਜ਼ ਕਰਨਗੇ, ਜਦੋਂ ਹੈਜ਼ਿਟੇਟ ਕਰਨਗੇ, ਰੁਕ ਕੇ ਸੋਚਣ ਲੱਗ ਜਾਣਗੇ, ਉਹਨਾਂ ਦੇ ਪੁਆਇੰਟ ਉਹਨੇ ਡਿਡਕਟ ਹੋ ਜਾਣਗੇ। ਇਸ ਤਰੀਕੇ ਨਾਲ ਬੱਚਾ ਆਪਣੀ ਵਰਕਿੰਗ ਮੈਮਰੀ ਦੇ ਉੱਪਰ ਕੰਮ ਕਰਦਾ ਹੈ ਕਿ ਮੈਂ ਕਿੰਨੇ ਪੁਆਇੰਟਸ ਜਿਹੜੇ ਆਪਣੀ ਵਰਕਿੰਗ ਮੈਮਰੀ ਦੇ ਵਿੱਚ ਉਸ ਟਾਈਮ ਰੱਖ ਸਕਦਾ। ਮੈਮਰੀ ਬਿਲਡਿੰਗ ਹੁੰਦੀ ਹੈ ਸਟ੍ਰੈਟਜੀ ਦੇ ਨਾਲ। ਠੀਕ ਹੈ, ਇੱਕ ਵਾਰ ਬੱਚੇ ਨੂੰ ਪ੍ਰੋਬਲਮ ਆਏਗੀ, ਅਗਲੀ ਵਾਰ ਬੱਚਾ ਫਿਰ ਕਰੇਗਾ। ਦਿਸ ਇਜ਼ ਅ ਕਾइंड ऑफ रेडियो गेम, ਰਾਈਟ? ਕਿ ਬੱਚਾ ਨੂੰ ਜਸਟ ਅ ਮਿੰਟ ਕੁਇਕਲੀ, ਕੋਈ ਵੀ ਟੌਪਿਕ ਹੈ, ਕੋਈ ਵੀ ਟੌਪਿਕ ਹੋ ਸਕਦਾ ਹੈ। ਤੁਸੀਂ ਚਾਹੇ ਉਹਨੂੰ ਮੁਗਲ ਅੰਪਾਇਰ ਪੜ੍ਹਾ ਰਹੇ ਹੋ, ਚਾਹੇ ਤੁਸੀਂ ਉਹਨਾਂ ਨੂੰ ਕੁਝ ਸਾਇੰਸ ਦਾ ਟੌਪਿਕ ਹੈ, ਉਹਨਾਂ ਨੂੰ ਕੁਝ ਐਡਜੈਕਟਿਵਸ ਪੜ੍ਹਾ ਰਹੇ ਹੋ, ਡਿਸਕ੍ਰਾਈਬਿੰਗ ਵਰਡਸ, ਇਟ ਕੈਨ ਬੀ ਐਨੀਥਿੰਗ। ਕੋਈ ਵੀ ਟੌਪਿਕ ਹੈ, ਬੱਚਿਆਂ ਨੂੰ ਤੁਸੀਂ ਉਸ ਤਰੀਕੇ ਨਾਲ ਦਿਓ ਕਿ ਤੁਸੀਂ ਚਲੋ ਜਲਦੀ ਨਾਲ 1 ਮਿੰਟ ਦੇ ਵਿੱਚ ਤੁਸੀਂ 10 ਐਡਜੈਕਟਿਵ ਬੋਲੋ। ਇਧਰੋਂ ਤੁਹਾਨੂੰ ਕੀ ਨਜ਼ਰ ਆ ਰਿਹਾ ਇਸ ਪਾਰਟਿਕੂਲਰ ਕੁਝ ਵੀ ਹੈ। ਇੱਕ ਮੇਰੇ ਕੋਲ ਡਾਇਰੀ ਪਈ ਹੈ, ਹੱਥ 'ਚ ਪਕੜੀ ਹੋਈ ਹੈ ਕਿ ਤੁਸੀਂ ਇਸ ਡਾਇਰੀ ਦੇ ਬਾਰੇ 10 ਐਡਜੈਕਟਿਵ ਦੱਸਨੇ ਹੈ ਕੁਇਕਲੀ 1 ਮਿੰਟ ਦੇ ਵਿੱਚ, ਜਸਟ ਅ ਮਿੰਟ। ਉਹ ਇਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਦੀ ਜਿਹੜੀ ਵਰਕਿੰਗ ਮੈਮਰੀ ਹੈ ਉਹਨੂੰ ਡਿਵੈਲਪ ਕਰ ਸਕਦੇ ਹੋ। ਜੈਮ ਸੈਸ਼ਨ, ਰਿਵੀਜ਼ਨ ਸਟ੍ਰੈਟਜੀ। ਠੀਕ ਹੈ, ਹੁਣ ਦੇਖੋ ਕਿ ਇਹ ਸਾਹਮਣੇ ਸਕਰੀਨ ਤੇ ਪਿਕਚਰ ਦੇ ਥਰੂ ਮੈਂ ਥੋੜੀ ਆਪਣੀ ਜਿਹੜੀਆਂ ਕਲਾਸ ਵਿੱਚ ਯੂਜ਼ ਕੀਤੀਆਂ ਸਟ੍ਰੈਟਜੀ, ਤੋਂ ਮੈਂ ਉਹਦੀਆਂ ਤਸਵੀਰਾਂ ਵੀ ਇੱਥੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਜਿਸ ਤਰੀਕੇ ਨਾਲ ਕਿ ਕਲਾਸ ਵਿੱਚ ਬੱਚਿਆਂ ਨੂੰ ਸਾਹਮਣੇ ਕੁਝ ਉਹਨਾਂ ਦਾ ਹੀ ਕੰਮ ਹੈ। ਬੱਚਿਆਂ ਨੂੰ ਕਿਹਾ ਕਿ ਤੁਸੀਂ ਇਹਨੂੰ ਦੇਖ ਕੇ 1 ਮਿੰਟ ਵਿੱਚ ਐਕਸਪਲੇਨ ਕਰੋ ਔਰ ਬੱਚੇ ਜਿਹੜੇ ਹੈ ਬਾਰੀ-ਬਾਰੀ ਸਾਰੇ 1-1 ਮਿੰਟ ਉਹਨੂੰ ਐਕਸਪਲੇਨ ਕਰਦੇ, ਜਾਂ ਤੁਸੀਂ ਅਲੱਗ-ਅਲੱਗ ਨਵੇਂ ਟੌਪਿਕ ਵੀ ਦੇ ਸਕਦੇ ਹੋ। ਜਾਂ ਅਗਰ ਇੱਕ ਟੌਪਿਕ ਲਿੱਤਾ ਹੈ ਤਾਂ ਦੂਸਰੇ ਬੱਚੇ ਨੂੰ ਇਹ ਕਹਿਣਾ ਕਿ ਤੁਸੀਂ ਉਹ ਪੁਆਇੰਟ ਨਹੀਂ ਬੋਲਨੇ ਜਿਹੜੇ ਪਹਿਲੇ ਬੱਚੇ ਨੇ ਬੋਲੇ। ਇਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਇੰਟਰਸਟਿੰਗ ਤਰੀਕੇ ਨਾਲ ਰਿਵੀਜ਼ਨ ਕਰਾ ਸਕਦੇ ਹੋ। ਅਗਲੀ ਰਿਵੀਜ਼ਨ ਦੀ ਸਟ੍ਰੈਟਜੀ ਹੈ ਪੀਟੀਟੀ, ਪ੍ਰਿਪੇਅਰ ਟੂ ਟੀਚ। ਪ੍ਰਿਪੇਅਰ ਟੂ ਟੀਚ। ਤੁਸੀਂ ਕਲਾਸ ਵਿੱਚ ਅਗਰ ਆਪਣੇ ਬੱਚਿਆਂ ਨੂੰ ਇਹ ਕਹੋਗੇ ਕਿ ਸਾਡਾ ਇੱਕ ਪਾਰਟਿਕੂਲਰ ਚੈਪਟਰ ਹੈ ਜਿਹਦੇ ਵਿੱਚ ਜਿੰਨੇ ਅਗਰ ਸਪੋਜ਼ ਤੁਹਾਡੇ ਉਹਦੇ ਚ 10 ਟੌਪਿਕ ਹੈ, ਤੁਸੀਂ ਆਪਣੀ ਕਲਾਸ ਵਿੱਚ 2-2 ਬੱਚਿਆਂ ਦੇ ਗਰੁੱਪ ਵਿੱਚ ਉਹ ਟੌਪਿਕ ਡਿਵਾਈਡ ਕਰ ਦਿੱਤੇ ਕਿ ਤੁਸੀਂ ਇਹ ਟੌਪਿਕ ਪ੍ਰਿਪੇਅਰ ਕਰਕੇ ਆਣਾ ਹੈ ਕਿਉਂਕਿ ਤੁਸੀਂ ਕਲਾਸ ਵਿੱਚ ਇਹ ਟੌਪਿਕ ਪੜ੍ਹਾਣਾ ਹੈ। ਟੁਮਾਰੋ ਯੂ ਵਿਲ ਬਿਕਮ ਦ ਟੀਚਰਸ। ਪ੍ਰਿਪੇਅਰ ਟੂ ਟੀਚ। ਜਦੋਂ ਬੱਚੇ ਨੂੰ ਕੋਈ ਚੀਜ਼ ਯਾਦ ਕਰਨੀ ਹੈ ਐਗਜ਼ਾਮ ਕਲੀਅਰ ਕਰਨ ਵਾਸਤੇ, ਉਹਦਾ ਪੜ੍ਹਨ ਦਾ ਤਰੀਕਾ ਕੁਝ ਹੋਰ ਹੋਏਗਾ। ਜਦੋਂ ਬੱਚੇ ਨੇ ਕੋਈ ਚੀਜ਼ ਨੂੰ ਪ੍ਰਿਪੇਅਰ ਕਰਨਾ ਹੈ ਦੂਸਰੇ ਨੂੰ ਪੜ੍ਹਾਉਣ ਵਾਸਤੇ, ਉਹਦਾ ਤਰੀਕਾ ਕੁਝ ਹੋਰ ਹੋਏਗਾ। ਤੁਸੀਂ ਸਾਰੇ ਮੇਰੇ ਨਾਲ ਇਸ ਗੱਲ ਤੇ ਸਹਿਮਤ ਹੋਗੇ ਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਟੌਪਿਕ, ਬਹੁਤ ਸਾਰੇ ਪੁਆਇੰਟਸ ਉਦੋਂ ਕਲੀਅਰ ਹੋਏ ਜਦੋਂ ਅਸੀਂ ਪੜ੍ਹਾਉਣਾ ਸ਼ੁਰੂ ਕੀਤਾ। ਸ਼ਾਇਦ ਪਹਿਲਾਂ ਸਾਨੂੰ ਉਹਨੇ ਕਈ ਕਲੈਰਿਟੀ ਨਹੀਂ ਸੀ ਜਿਹੜੀ ਸਾਨੂੰ ਬਾਅਦ ਵਿੱਚ ਆਣਾ ਸ਼ੁਰੂ ਹੋਈ। ਤੇ ਅਨਦਰ ਸਟ੍ਰੈਟਜੀ ਹੈ ਪੀਟੀਟੀ, ਪ੍ਰਿਪੇਅਰ ਟੂ ਟੀਚ। ਬੱਚੇ ਦੇਖੋ ਇੱਥੇ ਸਾਹਮਣੇ ਇੱਕ ਤਸਵੀਰ ਵਿੱਚ ਵੀ ਤੁਹਾਨੂੰ ਨਜ਼ਰ ਆ ਰਿਹਾ, ਪਹਿਲੇ ਬੱਚਾ ਇੱਕ ਇਕੱਲਾ ਬੱਚਾ ਪੜ੍ਹਾ ਰਿਹਾ ਸੀ ਸਕਰੀਨ ਦੇ ਉੱਪਰ। ਇੱਥੇ ਬੱਚੇ ਗਰੁੱਪ ਦੇ ਵਿੱਚ ਆਪਣੀ ਜਿਹੜੀ ਹੈ ਪ੍ਰੈਜੈਂਟੇਸ਼ਨ ਕਰਦੇ ਆ। ਇੱਕ ਗਰੁੱਪ ਜਿਹੜਾ ਹੈ ਉਹ ਕਲੈਕਟਿਵਲੀ ਪ੍ਰੈਜ਼ੈਂਟ ਕਰ ਰਿਹਾ ਹੈ। ਤਾਂ ਇਟ ਡਿਪੈਂਡਸ ਤੁਹਾਡੀ ਕਲਾਸ 'ਚ ਕਿੰਨੇ ਬੱਚੇ ਹੈ, ਉਸ ਤਰੀਕੇ ਨਾਲ ਟੌਪਿਕ ਦੇ ਅਕੋਰਡਿੰਗਲੀ ਤੁਸੀਂ ਉਹਨਾਂ ਨੂੰ ਡਿਵਾਈਡ ਕਰ ਸਕਦੇ ਹੋ। ਨੈਕਸਟ ਸਟ੍ਰੈਟਜੀ ਹੈ ਗ੍ਰਾਫਿਕ ਆਰਗੇਨਾਈਜ਼ਰਸ। ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦੇ ਗ੍ਰਾਫਿਕ ਆਰਗੇਨਾਈਜ਼ਰ ਜਿਹੜੇ ਹੈ ਤੁਸੀਂ ਆਪਣੀ ਕਲਾਸ ਵਿੱਚ ਕ੍ਰੀਏਟਿਵਲੀ ਇਸਤੇਮਾਲ ਕਰ ਸਕਦੇ ਹੋ। ਕੋਈ ਮਾਈਂਡ ਮੈਪ, concept map, spider web, Venn diagrams, okay, उन sequential thinking model है, right? और मतलब अलग-अलग तरीके ਤੁਸੀਂ ਉਹਨਾਂ ਤਰੀਕੇ ਦੇ ਨਾਲ ਬੱਚਿਆਂ ਨੂੰ ਜਦੋਂ different ਦਿੰਦੇ ਹੋ। ਫਿਸ਼ ਬੋਲ ਸਟ੍ਰੈਟਜੀ, ਫਿਸ਼ ਬੋਲ ਹੈ ਔਰ ਫਿਸ਼ ਬੋਨ ਡਾਇਗਰਾਮ ਹੈ। ਅਲੱਗ-ਅਲੱਗ ਤਰੀਕੇ ਦੇ ਗ੍ਰਾਫਿਕ ਆਰਗੇਨਾਈਜ਼ਰ if you search there are, I mean you will be able to get more than 100, even more than that types of graphic organizers
ਜ਼ਰੂਰੀ ਨਹੀਂ ਹੈ ਕਿ ਹਰ ਵਾਰ ਬੱਚੇ ਸਿਰਫ ਇੱਕ ਉਹ ਸਿੰਪਲ ਵਿੱਚ ਸਰਕਲ ਬਣਾ ਕੇ ਤੇ ਉਹਦੀਆਂ 4-5 ਲਾਈਨਸ ਬਾਹਰ ਬਣਾ ਕੇ ਤੇ ਇੱਕ ਸਿੰਪਲ ਜਿਹੜਾ ਹਰ ਵਾਰ ਸਪਾਈਡਰ ਮੈਪ ਹੀ ਬਣਾਉਣਾ ਹੈ। ਦੇ ਕੈਨ ਆਲਵੇਜ਼ ਪ੍ਰੈਜ਼ੈਂਟ their information in different forms creatively, right? See, ਹੁਣ ਤੁਹਾਨੂੰ ਜੋ ਸਕਰੀਨ ਤੇ ਨਜ਼ਰ ਆ ਰਿਹਾ ਇੱਥੇ ਬੱਚਿਆਂ ਨੇ ਕਾਮਿਕ ਸਟ੍ਰਿਪ ਦੇ ਥਰੂ ਜਿਹੜਾ ਹੈ ਉਹ ਪ੍ਰੈਜ਼ੈਂਟ ਕੀਤਾ ਹੈ ਆਪਣੀ ਇਨਫੋਰਮੇਸ਼ਨ ਜੋ ਵੀ ਉਹਨਾਂ ਨੇ ਪੜ੍ਹ ਕੇ ਆਏ ਹੈ ਕਿ ਪ੍ਰੈਜ਼ੈਂਟ ਦ ਸੇਮ ਥਰੂ ਕਾਮਿਕ ਸਟ੍ਰਿਪਸ। ਬੱਚੇ ਕ੍ਰਿਟੀਕਲੀ ਸੋਚਦੇ ਹੈ, ਬੱਚਿਆਂ ਨੇ ਇਨਫੋਰਮੇਸ਼ਨ ਐਜ਼ ਇਟ ਇਜ਼ ਬੁੱਕ ਤੋਂ ਲੈ ਕੇ ਨਹੀਂ ਪੇਸਟ ਕੀਤੀ ਹੈ, they have changed it in their own manner, they have presented in their own manner, ਆਪਣੇ ਤਰੀਕੇ ਨਾਲ ਉਹਨੂੰ ਸਕਰੀਨ ਤੇ ਉਹ ਪ੍ਰੈਜ਼ੈਂਟ ਕਰਦੇ ਹੈ ਪਿਕਟੋਰੀਅਲ ਥਰੂ, ਆਪਣੇ ਨਵੇਂ ਉਹ ਇਨੋਵੇਟਿਵ ਜਿਹੜੇ ਹੈ ਇਮੋਟੀਕॉन्स ਯੂਜ਼ ਕਰਦੇ ਹੈ, ਕੋਈ ਕਾਰਟੂਨ ਕਰੈਕਟਰ ਯੂਜ਼ ਕਰ ਸਕਦੇ ਹੈ ਆਪਣੇ ਫੇਵਰੇਟ, ਉਹਦੇ ਥਰੂ ਦੇ ਵਿਲ ਬੀ ਪ੍ਰੈਜ਼ੈਂਟਿੰਗ ਦਾ ਇਨਫੋਰਮੇਸ਼ਨ। ਸਟੋਰੀ ਬੋਰਡ ਬਣਾ ਸਕਦੇ ਹੈ। ਇਸ ਤਰੀਕੇ ਦੀਆਂ ਇਨੋਵੇਟਿਵ ਸਟ੍ਰੈਟਜੀਜ਼ ਜੋ ਤੁਸੀਂ ਰਿਵੀਜ਼ਨ ਲਈ ਕਲਾਸ ਵਿੱਚ ਯੂਜ਼ ਕਰਦੇ ਹੋ, ਬੱਚੇ ਬਹੁਤ ਜ਼ਿਆਦਾ ਇੰਟਰਸਟ ਲੈਂਦੇ। एक है इस कॉर्नल नोट टेकिंग स्ट्रैटेजी। This is basically a strategy that utilizes note taking approach। जिस तरह ਤੁਹਾਨੂੰ ਮੈਂ note taking 1+ strategy ਦੱਸਿਆ ਹੈ, ਇਹ ਵੀ ਇੱਕ ਅੱਛੀ ਸਟ੍ਰੈਟਜੀ ਹੈ ਜਿਹਦੇ ਨਾਲ ਬੱਚੇ ਸੋਚਦੇ ਹੈ ਕਿ ਕਿਸ ਤਰੀਕੇ ਨਾਲ ਬੱਚਿਆਂ ਨੇ ਪ੍ਰੈਜ਼ੈਂਟ ਕਰਨਾ। ਮੈਂ ਤੁਹਾਨੂੰ ਸਾਹਮਣੇ ਸਕਰੀਨ ਤੇ ਦਿਖਾਣੀ ਹੈ ਕਿ ਉਹ ਨੋਟ ਟੇਕਿੰਗ ਸਟ੍ਰੈਟਜੀ ਹੈ ਕਿ ਨੋਟਸ ਕਿਸ ਤਰੀਕੇ ਨਾਲ ਬਣਾਣੇ ਆ ਉਹਨਾਂ ਬੱਚਿਆਂ ਨੇ। ਨੋਟਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੀ ਚੀਜ਼ ਤੁਸੀਂ ਇੱਕ ਪੁਆਇੰਟ ਲਿਖੀ ਜਾਓ, ਹੈਡਿੰਗ ਕਰੀ ਜਾਓ ਜਾਂ ਕੁਛ ਹੈ। डिफरेंट सब्जेक्ट्स से नोट्स ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਹੈ, यानी कि इट कैन बी डन इन एनी सब्जेक्ट। क्या करना है, डिवाइड करना है पेज ਨੂੰ ਇਸ ਤਰੀਕੇ ਨਾਲ ਕਾਲਮਸ ਕਿ ਇੱਕ ਤਰੀਕੇ ਨਾਲ ਇੱਕ ਸਾਈਡ ਤੇ ਤੁਸੀਂ ਉਸ ਟੌਪਿਕ ਦਾ ਜਿਹੜਾ ਮੇਨ ਆਈਡੀਆ ਹੈ ਉਹ ਲਿਖਣਾ ਹੈ, ਕੀ ਕੁਐਸਚਨਸ ਕਿਹੜੇ ਤੁਹਾਡੇ ਦਿਮਾਗ ਵਿੱਚ ਆ ਰਹੇ ਹੈ ਉਹ ਲਿਖਣੇ ਹੈ, ਰਾਈਟ। ਇੰਪੋਰਟੈਂਟ ਡੇਟਸ ਹੈ, ਫਿਗਰਸ ਹੈ, ਬਾਰ-ਬਾਰ ਕਿਹੜੇ-ਕਿਹੜੇ ਸ਼ਬਦਾਂ ਤੇ ਸਟ੍ਰੈਸ ਦਿੱਤਾ ਗਿਆ ਹੈ ਉਹ ਲਿਖਣਾ ਹੈ, ਡਾਇਗ੍ਰਾਮਸ, ਪਿਕਚਰਸ, ਫਾਰਮੂਲਾਸ, ਮਤਲਬ ਇਹ ਸਾਰੇ ਪੁਆਇੰਟ ਉਹਨਾਂ ਨੇ ਕਵਰ ਕਰਨੇ ਅਗਰ ਉਹਦੇ ਵਿੱਚ ਹੈ ਤਾਂ। ਇਸ ਤਰੀਕੇ ਦੇ ਨਾਲ ਬਹੁਤ ਅੱਛੀ ਉਹ ਯਾਦ, ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਵੋਕੈਬਲਰੀ ਬਿਲਡਿੰਗ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਾਂਗੀ ਕਿ ਬਿਕੋਜ਼ ਵੀ ਆਰ ਜਸਟ ਨੀਅਰਿੰਗ ਦ ਐਂਡ ਆਫ ਦ ਸੈਸ਼ਨ, ਬੱਚਿਆਂ ਨੂੰ ਜਦੋਂ ਅਸੀਂ ਵੋਕੈਬਲਰੀ ਸਿਖਾਉਂਦੇ ਹਾਂ, ਦੋ ਤਰ੍ਹਾਂ ਦੀ ਵੋਕੈਬਲਰੀ ਹੁੰਦੀ ਹੈ। ਐਕੈਡੈਮਿਕ ਵੋਕੈਬਲਰੀ, ਇੱਕ ਇਨਸੀਡੈਂਟਲ ਵੋਕੈਬਲਰੀ। ਅਸੀਂ ਕਈ ਵਾਰੀ ਕੀ ਕਰਦੇ ਹਾਂ ਕਿ ਬੱਚਿਆਂ ਨੂੰ ਜਦੋਂ ਅਸੀਂ ਪੜ੍ਹਾਉਂਦੇ ਹਾਂ ਤਾਂ ਸਿਰਫ ਅਕੈਡਮਿਕ ਵੋਕੈਬਲਰੀ ਤੇ ਫੋਕਸ ਕਰਦੇ ਹਾਂ। ਉਹਨਾਂ ਨੂੰ ਪ੍ਰੋਬਲਮ ਕਦੋਂ ਆਉਂਦੀ ਹੈ ਕਿ ਉਹਨਾਂ ਦੀ ਇਨਸੀਡੈਂਟਲ ਵੋਕੈਬਲਰੀ ਨੂੰ ਅਸੀਂ ਡਿਵੈਲਪ ਕਰਨਾ ਭੁੱਲ ਜਾਂਦੇ ਹਾਂ। ਫੋਰ ਐਗਜ਼ਾਮਪਲ, ਇੱਕ 4th ਕਲਾਸ ਜਾਂ 3rd-4th ਕਲਾਸ ਦਾ ਬੱਚਾ ਹੈ, ਸੀ ਇਟ ਡਿਪੈਂਡਸ, ਆਈ ਮੀਨ ਕਿਹੜੀ ਜਗ੍ਹਾ ਤੋਂ ਬੱਚਾ ਬਿਲੋਂਗ ਕਰਦਾ, ਕਿਹੜੇ ਸਕੂਲ ਬੱਚੇ ਦੀ ਵੋਕੈਬਲਰੀ ਕਿੰਨੀ, ਤੁਸੀਂ ਉਹ ਸਾਰੇ ਬਾਅਦ ਦੀ ਗੱਲ ਹੈ। ਇੱਕ ਅਗਰ ਮੈਂ ਸਿੰਪਲ ਸਟੇਟਮੈਂਟ ਸੈਂਟੈਂਸ ਬੋਲਦੀ ਹਾਂ ਕਿ ਰਾਈਟ ਦ ਕਰੈਕਟਰਿਸਟਿਕਸ ਆਫ herbivores, carnivores, or maybe write what is the procedure for this particular activity। मैं अगर herbivores, carnivores, omnivores वर्ड यूज किए, मतलब कि मैं पढ़ा रही हाँ बच्चों ਨੂੰ ईटिंग हैबिट्स ਦੇ ਬਾਰੇ ਵਿੱਚ, मैं ਉਹਦੇ ਉੱਪਰ ਫੋਕਸ ਕਰਦੀ। ਮੇਰੇ ਬੱਚੇ ਨੂੰ ਇਸ ਸ਼ਬਦ ਦਾ ਮਤਲਬ ਨਹੀਂ ਪਤਾ ਕਿ what is the meaning of characteristics, ਉਹ that is incidental vocabulary। ਇਸ ਲਈ ਅਕੈਡਮਿਕ ਵੋਕੈਬਲਰੀ ਪੜ੍ਹਾਉਂਦੇ ਨਾਲ ਸਾਨੂੰ ਫੋਕਸ ਕਰਨਾ ਪਏਗਾ ਔਨ ਇਨਸੀਡੈਂਟਲ ਵੋਕੈਬਲਰੀ ਐਸ ਵੈਲ, ਤਾਂ ਹੀ ਬੱਚਿਆਂ ਦੀ ਜਿਹੜੀ ਹੈ ਉਹ ਸੈਂਟੈਂਸ ਬਿਲਡਿੰਗ ਹੁੰਦੀ ਹੈ। ਠੀਕ ਹੈ, ਇਹ ਮੇਰਾ ਪੁਆਇੰਟ ਮੈਂ ਤੁਹਾਨੂੰ ਵੋਕੈਬਲਰੀ ਬਿਲਡਿੰਗ ਕਰਦੇ ਹੋਏ ਦੱਸਣਾ ਸੀ, ਹੁਣ ਮੇਰੇ ਮਾਈਂਡ 'ਚ ਆਇਆ ਤੇ ਤਾਂ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ। ਲਾਸਟ 2-4 ਮਿੰਟ ਹੈ। ਨੈਕਸਟ ਸਟ੍ਰੈਟਜੀ ਇਜ਼ exam wrappers strategy। what are exam wrappers? exam ਹੋ ਜਾਂਦੇ ਹੈ, ਬੱਚਿਆਂ ਨੂੰ ਅਸੀਂ ਉਹਨਾਂ ਦੀ ਆਨਸਰ ਸ਼ੀਟ ਦੇ ਦਿੰਨੇ ਆ, ਬੱਚੇ ਨੰਬਰ, ਗ੍ਰੇਡ, ਫੀਡਬੈਕ, ਜ਼ਿਆਦਾ ਫੀਡਬੈਕ ਦਵਾਂਗੇ ਤਾਂ ਬੱਚੇ ਫੀਡਬੈਕ ਪੜ੍ਹ ਲੈਂਦੇ, ਪਰ ਅਗਲੀ ਵਾਰ ਉਹਨਾਂ ਦੀ ਇੰਪਰੂਵਮੈਂਟ ਹੁੰਦੀ ਹੈ ਨਹੀਂ ਹੁੰਦੀ ਉਹਦੀ ਕੋਈ ਗਾਰੰਟੀ ਨਹੀਂ ਹੈ। ਇੱਕ ਸਟ੍ਰੈਟਜੀ ਹੈ ਐਗਜ਼ਾਮ ਰੈਪਰਸ, ਜਿਹਨੂੰ ਆਪਾਂ ਕਹਿੰਦੇ ਆ ਸੈਲਫ ਅਸੈਸਮੈਂਟ।
बच्चे की करते हैं, और दिस इज ऑल्सो कॉल्ड असेसमेंट एज लर्निंग। बच्चे ਉਹਦੇ ਵਿੱਚ ਇਹ ਕਰਦੇ ਹੈ, ਐਕਸਕਿਊਜ਼ ਮੀ, ਬੱਚੇ ਕੀ ਕਰਦੇ ਹੈ ਐਗਜ਼ਾਮ ਰੈਪਰ ਸਟ੍ਰੈਟਜੀ ਦੇ ਵਿੱਚ, ਜਦੋਂ ਅਸੀਂ ਬੱਚਿਆਂ ਦਾ ਐਗਜ਼ਾਮ ਕਰਵਾਇਆ ਹੈ ਤੇ ਬੱਚੇ ਨੂੰ ਆਨਸਰ ਸ਼ੀਟ ਦਿੱਤੀ ਹੈ, ਉਸ ਤੋਂ ਬਾਅਦ ਵਿੱਚ ਅਸੀਂ ਬੱਚੇ ਨੂੰ ਇੱਕ ਪੇਪਰ ਦਿੰਨੇ ਆ ਜਿਹਦੇ ਵਿੱਚ ਬੱਚਾ ਲਿਖਦਾ ਹੈ ਆਪਣਾ ਕਿ ਉਹਨੇ ਕਿੰਨੀ ਪੜ੍ਹਾਈ ਕੀਤੀ, ਕਿੰਨਾ ਸਮਾਂ ਦਿੱਤਾ ਪੜ੍ਹਾਉਣ ਨੂੰ, ਉਹਦੀਆਂ ਗਲਤੀਆਂ ਕਿੱਥੇ ਕਿੱਥੇ ਹੋਈਆਂ, ਉਹ ਸੈਲਫ ਇਵੈਲੂਏਟ ਕਰਦਾ ਹੈ ਕਿ ਮੈਂ ਅਗਰ ਇਹ ਵਾਲੇ ਟੌਪਿਕਸ ਕਵਰ ਕੀਤੇ ਹੈ, ਮੇਰੀ ਇਸ ਟੌਪਿਕ ਵਿੱਚ ਗਲਤੀ ਹੋ ਗਈ ਹੈ ਤੇ ਮੈਂ ਕਿਸ ਤਰੀਕੇ ਨਾਲ ਇਹਨੂੰ ਇੰਪਰੂਵ ਕਰਨਾ ਹੈ। ਬੱਚੇ ਉਹਦਾ ਸੈਲਫ ਐਨਾਲਿਸਿਸ ਕਰਦੇ, ਇਹ ਹੈ ਸਾਡੇ ਐਗਜ਼ਾਮ ਰੈਪਰ ਸਟ੍ਰੈਟਜੀ। ਠੀਕ ਹੈ, ਸੇ ਇਹਦੇ ਉੱਪਰ ਪੂਰਾ ਇੱਕ 2 ਸੈਸ਼ਨ ਲਿੱਤੇ ਜਾ ਸਕਦੇ ਹੈ। ਮੈਂ ਇਹਨੂੰ ਪੂਰੀ ਡਿਟੇਲ ਵਿੱਚ ਹਲੇ ਤੁਹਾਨੂੰ ਨਹੀਂ ਸਮਝਾ ਸਕਦੀ ਬਿਕਾਜ਼ देयर आर डिफरेंट ways in which we can go for exam wrappers। ਕਦੀ ਫਿਰ ਦੁਬਾਰਾ ਸੈਸ਼ਨ ਹੋਏਗਾ ਤਾਂ ਤੁਹਾਨੂੰ ਸਮਝਾਵਾਂਗੇ। ਅਦਰਵਾਈਜ਼ ਆਈ ਐਮ ਗੋਇੰਗ ਟੂ ਸ਼ੇਅਰ all these strategies one by one on my channel also। You can check the same at Mentoring the Mentors as well, ma'am। I guess now we are nearing the end of this session। I'll just stop sharing my screen because of this weather, cough and cold. I can't speak also। Not a problem at all, मैम। ਤੁਸੀਂ ਬਹੁਤ ਬੋਲਿਆ, ਹੁਣ ਤੁਸੀਂ ਥੋੜਾ ਰੈਸਟ ਕਰੋ। ਮੈਂ 5 ਮਿੰਟ ਬੋਲ ਕੇ ਰੈਪ ਅਪ ਕਰਾਂਗੇ, ਤੁਸੀਂ ਰੈਸਟ ਕਰੋ। ਤੇ ਮੈਮ ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਡੇ ਨਾਲ ਜੁੜਨ ਲਈ, ਸਾਡੇ ਚੈਨਲ ਲਈ ਜਾਂ ਮੇਰੇ ਜੀ ਏਪੈਕ ਲਈ, ਜੀ ਅੰਮ੍ਰਿਤਸਰ ਪੰਜਾਬ ਲਈ ਇਹ ਸੈਸ਼ਨ ਕਰਨ ਦਾ। ਤੁਸੀਂ ਬਹੁਤ ਬਹੁਤ ਵਧੀਆ ਸਟ੍ਰੈਟਜੀਜ਼ ਦੱਸੀਆਂ, ਭਿੰਨ ਤਰੀਕੇ ਨਾਲ ਜਿਹੜੀਆਂ ਸਟ੍ਰੈਟਜੀਜ਼ ਆਪਾਂ ਯੂਜ਼ ਕਰ ਸਕਦੇ ਹਾਂ। ਨਾ ਹੀ ਉਹ ਆਸਾਨ ਹੈ ਯੂਜ਼ ਕਰਨੀਆਂ, ਆਸਾਨ ਹੈ, ਕੋਈ ਉਹਦੇ ਵਿੱਚ ਰੌਕਟ ਸਾਇੰਸ ਨਹੀਂ ਹੈ ਕਿ ਤੁਹਾਨੂੰ ਕੋਈ ਸਪੈਸ਼ਲ ਅਰੇਂਜਮੈਂਟ ਕਰਨਾ ਹੈ ਜਾਂ ਕੋਈ ਕੋਈ ਹਾਰਡ ਵਰਕ ਕਰਨਾ ਹੈ। ਤੁਸੀਂ ਥੋੜੀ ਜਿੰਨੀ ਪਲਾਨਿੰਗ ਨਾਲ ਵੀ ਆਪਣੀ ਕਲਾਸਿਸ ਨੂੰ ਬਹੁਤ ਜ਼ਿਆਦਾ ਇੰਗੇਜ ਕਰ ਸਕਦੇ ਹੋ। ਸਪੈਸ਼ਲੀ ਰਿਵੀਜ਼ਨ ਸਟ੍ਰੈਟਜੀਜ਼ ਬਹੁਤ ਵਧੀਆ ਸਟ੍ਰੈਟਜੀਜ਼ ਹੈਗੀਆਂ ਮੈਮ। ਤੇ ਮੈਮ ਦਾ ਚੈਨਲ ਹੈ ਮੈਂਟਰਿੰਗ ਦ ਮੈਂਟਰਸ। ਤੁਸੀਂ ਮੈਮ ਨੇ ਤੇ ਨਟ ਸ਼ੈਲ ਵਿੱਚ ਸਾਨੂੰ ਬਹੁਤ ਸਾਰੀਆਂ ਸਟ੍ਰੈਟਜੀਜ਼ 1 ਘੰਟੇ 'ਚ ਦੱਸ ਦਿੱਤੀਆਂ, ਤੇ ਮੈਮ ਨੇ ਸਾਰੇ ਸੈਸ਼ਨਸ ਇੱਕ ਕਰਕੇ ਇੱਕ ਸਟ੍ਰੈਟਜੀ ਲਈ ਆਈ ਗੈਸ ਕੀਤੇ ਹੋਏ ਹੈ। ਤੇ ਤੁਸੀਂ YouTube ਚੈਨਲ ਜੇ ਮੈਮ ਮੇਰੇ ਨਾਲ ਪ੍ਰਾਈਵੇਟ ਚੈਟ ਸ਼ੇਅਰ ਕਰਦੇ ਆ ਤੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦੂੰਗੀ। ਤੁਸੀਂ ਸਾਰੇ ਸਟ੍ਰੈਟਜੀਜ਼ ਮੈਮ ਦੇ ਇਨ ਡੀਟੇਲ ਜਿੰਨਾ ਮੈਮ ਨੇ ਕੰਮ ਕੀਤਾ ਹੈ ਇਹਨਾਂ ਦੇ ਉੱਤੇ, ਤੇ ਉਹ ਤੁਸੀਂ ਜਾ ਕੇ ਵੇਖ ਸਕਦੇ ਹੋ, ਉਹਨਾਂ ਦੇ ਚੈਨਲ ਤੇ ਅਪਲੋਡਡ ਹੈ। ਮੈਮ ਦਾ ਇਹ ਸੈਸ਼ਨ ਵੀ ਡੈਫੀਨੇਟਲੀ GEG ਪੰਜਾਬ ਐਂਡ ਅੰਮ੍ਰਿਤਸਰ ਵਾਲੇ ਚੈਨਲ ਤੇ ਅਪਲੋਡਡ ਰਹੇਗਾ। ਐਂਡ ਜੇ ਤੁਸੀਂ ਹੁਣੇ ਨਹੀਂ ਇਫ ਯੂ ਹੈਵ ਮਿਸ ਸਮਥਿੰਗ ਔਰ anything of the kind, ਤੁਸੀਂ ਜ਼ਰੂਰ ਵਾਪਸ ਜਾ ਕੇ ਚੈਨਲ ਤੇ ਆਪਣਾ ਸਾਡਾ ਵੀਡੀਓ ਚੈੱਕ ਆਊਟ ਕਰ ਸਕਦੇ ਹੋ। ਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਮੈਮ ਦਾ YouTube ਚੈਨਲ, ਜਿੱਥੇ ਤੁਸੀਂ ਇਹ ਸਾਰੀ ਸਟ੍ਰੈਟਜੀਜ਼ ਦੀ ਡਿਟੇਲਡ ਚੀਜ਼ਾਂ ਸ਼ੇਅਰ ਕਰ ਸਕਦੇ ਹੋ। ਤੇ ਨਾਲ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਥੇ ਸਾਡਾ what do you call the feedback link। ਤੁਸੀਂ ਫੀਡਬੈਕ ਭਰੋ ਤੇ ਆਪਣਾ ਅਟੈਂਡੈਂਸ ਸਰਟੀਫਿਕੇਟ ਜਾਂ ਪਾਰਟਿਸਿਪੇਸ਼ਨ ਸਰਟੀਫਿਕੇਟ ਜ਼ਰੂਰ ਲਓ। ਐਂਡ ਇਹਦੇ ਨਾਲ ਹੀ ਆਪਾਂ Day 2 ਐਂਡ ਕਰ ਰਹੇ ਹਾਂ। ਬਹੁਤ ਹੀ I am ending it on a very bright note। I am ending it on a note which has left me a better educator, I guess, today। So ਤੁਸੀਂ I am so sorry, I have shared the YouTube channel। I'm just going to share the feedback link once again। ਤੇ ਤੁਸੀਂ ਇਹ ਫਾਰਮ ਭਰ ਕੇ ਆਪਣਾ ਡੈਫੀਨੇਟਲੀ ਆਪਣਾ ਸਰਟੀਫਿਕੇਟ ਲੈ ਸਕਦੇ ਹੋ। ਤੇ ਕੱਲ ਸਾਡੇ ਨਾਲ 2 ਵਜੇ ਜ਼ਰੂਰ ਜੁੜਨਾ ਜੀ। ਕੱਲ 2 ਵਜੇ ਮੇਰਾ ਸੈਸ਼ਨ ਹੈ। ਆਈ ਵਿਲ ਬੀ ਗਿਵਿੰਗ ਅ ਸੈਸ਼ਨ ਔਨ ਗੂਗਲ ਕੀਪ, ਜਿਹੜਾ ਕਿ ਬੜਾ ਹੀ ਅੰਡਰ ਯੂਟਿਲਾਈਜ਼ਡ ਟੂਲ ਹੈ ਟੀਚਰਸ ਲਈ, ਲੇਕਿਨ ਬਹੁਤ ਇਫੈਕਟਿਵ ਹੈ। ਤੁਹਾਡਾ ਡਿਜੀਟਲ ਸੈਕਟਰੀ ਹੈ, ਤੁਹਾਨੂੰ ਯਾਦ ਕਰਨ ਦੀ ਕੋਈ ਲੋੜ ਨਹੀਂ ਹੈ। ਕੋਈ ਵੀ ਚੀਜ਼ ਤੁਹਾਨੂੰ ਯਾਦ ਵੀ ਕਰਕੇ ਦੇਗਾ, ਤੁਹਾਨੂੰ ਰਿਮਾਈਂਡ ਵੀ ਕਰਾਏਗਾ, ਤੁਹਾਡੇ ਨੋਟਸ ਵੀ ਰੱਖੇਗਾ, ਤੁਹਾਨੂੰ ਨੋਟਸ ਬਣਾ ਕੇ ਵੀ ਦੇਗਾ, ਸਭ ਕੁਝ ਕਰੇਗਾ ਤੁਹਾਡੇ ਲਈ। ਤੇ ਤੁਸੀਂ ਬਸ ਉਹਨੂੰ ਆਪਣੇ ਫੋਨ ਤੇ ਜਾਂ ਆਪਣੇ ਮੋਬਾਈਲ ਤੇ, ਆਪਣੇ ਡਿਵਾਈਸ ਤੇ ਕੁਝ ਵੀ ਰੱਖਣਾ ਹੈ। ਤੇ ਸਭ ਤੋਂ ਜ਼ਿਆਦਾ ਯੂਜ਼ਫੁਲ ਬਿਕੋਜ਼ ਆਫ ਡਿਵਾਈਸ ਹੈ, ਉਹ ਮੋਬਾਈਲ ਹੈ। ਤੇ ਵਾਂਸ ਅਗੇਨ ਧੰਨਵਾਦ ਹੈ ਤੁਹਾਡਾ ਸਾਡੇ ਨਾਲ ਜੁੜਨ ਲਈ। ਮੇਰੇ ਪ੍ਰੈਜੈਂਟੇਸ਼ਨ ਕਨਵੈਂਟ ਦੇ ਬੜੇ ਸਾਰੇ ਟੀਚਰਸ ਅੱਜ ਮੇਰੇ ਨਾਲ ਜੁੜੇ ਹੈ, ਤੇ ਮੈਨੂੰ ਉਹਨਾਂ ਦਾ I am getting nostalgic reading out their names only in the chat box। So thank you so much Ruby, Jyoti, Nina, all of you for joining the session। And I hope I will see you tomorrow as well at 2 o'clock। ਤੇ 2 ਵਜੇ ਦੇ ਬਾਅਦ ਸਾਡਾ 4 ਵਜੇ, 6 ਵਜੇ, 8 ਵਜੇ 3 ਹੋਰ ਸੈਸ਼ਨਸ ਹੈ। ਸਾਰੇ ਸੈਸ਼ਨਸ ਜੁਆਇਨ ਕਰੋ। ਤੇ ਜਿਹੜਾ ਰੁਪਿੰਦਰ ਮੈਮ ਜਿੱਦਾਂ ਕਹਿੰਦੇ ਆ ਨਾ, ਤੁਸੀਂ ਮੇਲਾ ਲਾਇਆ ਹੋਇਆ ਹੈ 3 ਦਿਨ ਦਾ, ਤੇ ਉਹ ਮੇਲੇ ਦਾ ਆਨੰਦ ਲਓ। ਤੇ ਕੱਲ ਆਪਾਂ ਸ਼ਾਮੀ ਇਹਨੂੰ
ਵਾਈਂਡ ਅਪ ਕਰਾਂਗੇ। ਸੋ ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਸਭ ਦਾ। ਥੈਂਕ ਯੂ ਮੈਮ, ਥੈਂਕ ਯੂ।